ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ। ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ। ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ। ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ। ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬੇਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਾਲ ਖੰਡਨ ਜਗ ਮੰਡਨੀ। ਭੁਜ ਦੰਡਨ ਬਰ ਪੰਡ। ਰੋਂਡ ਕਰਨ ਅਰ ਮੁੰਡ ਭਖ। ਜੈ ਜੈ ਚੰਡ ਪ੍ਰਚੰਡ। ਖਾਲ ਖੰਡਨ ਜਗ ਮੰਡਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਪਤਿਤ ਪਾਵਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ, ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਗੁਰੂ ਕੀਆਂ ਸੰਗਤਾਂ ਬੜੇ ਪ੍ਰੇਮ ਪਿਆਰ ਸਤਿਕਾਰ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਨਿਤਨੇਮ ਨਾਲ ਹੀ ਹਾਜ਼ਰੀਆਂ ਭਰਦੇ ਹੋ। ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਸਰਵਣ ਕਰਕੇ ਲਾਹਾ ਪ੍ਰਾਪਤ ਆਪ ਸੰਗਤਾਂ ਕਰਦੇ ਹੋ। ਗੁਰੂ ਸਾਹਿਬ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਜੋ ਦਰਸ਼ਨ ਬੜੇ ਮਹਾਨ ਹਨ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਜਿਹੜੇ ਸਤਿਗੁਰਾਂ ਦੇ ਦਰਸ਼ਨ ਤੇ ਚਰਨ ਪਰਸਨ ਨਾਲ ਜੰਮਣ ਤੇ ਮਰਨ ਦੇ ਦੁੱਖ ਚਲੇ ਜਾਂਦੇ ਹੈ। ਐਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਿਰਤਾਰਥ ਕਰ ਰਹੇ ਹੈ। ਗੁਰੂ ਕੀ ਸੰਗਤ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਜੋ ਕਿ ਆਪਾਂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਦੇ ਆ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਸ ਤਰ੍ਹਾਂ ਗੁਰੂ ਸਾਹਿਬ ਜੀ ਕੁਰੂਸ਼ੇਤਰ ਦੇ ਥਾਂ 'ਤੇ ਗਏ ਤੇ ਉੱਥੇ ਇੱਕ ਸੋਹਣੀ ਜੀ ਥਾਂ ਦੇਖ ਕਰਕੇ ਮਹਾਰਾਜ ਬੈਠ ਗਏ।
ਜਿੱਥੇ ਬਹੁਤ ਚਾਰ ਵਰਨਾਂ ਦੇ, ਚਾਰ ਆਸ਼ਰਮਾਂ ਦੇ, 6 ਦਰਸ਼ਨਾਂ ਦੇ ਲੋਕ ਪਹੁੰਚੇ ਹੋਏ ਸੀ। ਰਾਜਾ ਰਾਣੀ ਜੋ ਰਾਜਾ ਚੜ੍ਹਾਈ ਕਰ ਗਿਆ ਸੀ, ਉਹਦੀ ਘਰਵਾਲੀ ਤੇ ਉਹਦਾ ਪੁੱਤਰ ਜਗਤ ਰਾਏ, ਉਹ ਵੀ ਉੱਥੇ ਪਹੁੰਚੇ ਸਨ, ਜਿਸ ਕਰਕੇ ਗੁਰੂ ਸਾਹਿਬ ਜੀ ਦੇ ਸੁਭਾਅ ਨੂੰ, ਮਹਾਰਾਜ ਦੇ ਪਹਿਰਾਵੇ ਨੂੰ ਦੇਖ ਕੇ ਵੀ ਸੰਤ ਮਹਾਨ ਹਨ। ਜੋ ਕੁਝ ਉਹ ਜਗਤ ਰਾਏ ਨੇ ਰਸਤੇ ਵਿੱਚ ਸ਼ਿਕਾਰ ਜਾ ਕੀਤਾ ਹੋਇਆ ਸੀ, ਹਰਨ ਮਾਰਿਆ ਹੋਇਆ ਸੀ, ਉਹੀ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਅਰਪਣ ਕਰ ਦਿੱਤਾ ਭੇਟਾਂ ਵਜੋਂ। ਇਹ ਸਭ ਕੁਝ ਗੁਰੂ ਸਾਹਿਬ ਜੀ ਨੇ ਕਲਾ ਵਰਤਾਉਣ ਵਾਸਤੇ ਕੀਤਾ ਕਰਾਇਆ ਸੀ। ਜਦੋਂ ਉਹਨਾਂ ਨੇ ਰਾਜ ਭਾਗ ਦੀ ਇੱਛਾ ਜੀ ਕੀਤੀ, ਮਾਂ ਪੁੱਤ ਨੇ, ਤੇ ਗੁਰੂ ਸਾਹਿਬ ਜੀ ਨੇ ਬ੍ਰਹਮ ਭੋਜਨ ਕਰ ਲਈ ਕਿਹਾ। ਇਹਨਾਂ ਕਿਹਾ ਵੀ ਸਾਡੇ ਕੋਲ ਮਹਾਰਾਜ ਹੁਣ ਤੇ ਕੋਈ ਪੈਸਾ ਧੇਲਾ ਨਹੀਂ ਹੈ, ਸਭ ਖਰਚਾ ਹੋ ਗਿਆ ਹੈ, ਅਸੀਂ ਤੇ ਬਿਲਕੁਲ ਕੰਗਾਲ ਹਾਂ। ਫਿਰ ਗੁਰੂ ਸਾਹਿਬ ਜੀ ਕਹਿੰਦੇ ਵੀ ਆ ਜਿਹੜਾ ਹਰਨ ਲਿਆਂਦਾ ਹੈ ਮਾਰ ਕੇ, ਇਹ ਕੋਰੇ ਮਟਕੇ ਵਿੱਚ ਪਾ ਕੇ ਤੇ ਇਹਨੂੰ ਹੀ ਤੁਸੀਂ ਜਿਹੜਾ ਰਿੰਨ ਰੰਨ ਦਿਓ, ਤਾਂ ਤੁਹਾਡਾ ਜਿਹੜਾ ਰਾਜ ਭਾਗ ਸਫਲ ਹੋ ਜਾਏਗਾ, ਪ੍ਰਾਪਤ ਹੋ ਜਾਏਗਾ। ਕਿਉਂਕਿ ਗੁਰੂ ਸਾਹਿਬ ਜੀ ਨੇ ਪਹਿਲਾਂ ਵਿਚਾਰਿਆ ਹੋਇਆ ਸੀ ਵੀ ਇੱਥੇ ਵਿਦਵਾਨ ਬੜੇ ਇਕੱਠੇ ਹੋਏ, ਇਹਨਾਂ ਨਾਲ ਚਰਚਾ ਕਿਵੇਂ ਕੀਤੀ ਜਾਵੇ, ਕਿਵੇਂ ਧਿਆਨ ਖਿੱਚਿਆ ਜਾਏ। ਅਤੇ ਸੂਰਜ ਗ੍ਰਹਿਣ ਦੇ ਪੁਰਬ 'ਤੇ ਵੀ ਕੋਈ ਜਿੰਨਾ ਚਿਰ ਗ੍ਰਹਿਣ ਚੱਲਦਾ ਉਹਨਾਂ ਚਿਰ ਕੋਈ ਅੱਗ ਨਹੀਂ ਬਾਲ ਸਕਦਾ ਹੈ। ਇਹ ਗੁਰੂ ਸਾਹਿਬ ਜੀ ਦੇ ਕਹਿਣੇ ਕਰਕੇ ਜਗਤ ਰਾਏ ਨੇ ਤੇ ਉਹਦੀ ਮਾਤਾ ਨੇ ਚੁੱਲ੍ਹਾ ਜਿਹਾ ਬਣਾ ਕੇ ਅੱਗ ਲਾ ਦਿੱਤੀ। ਪਤੀਲੇ ਵਿੱਚ ਉਹ ਮਾਸ ਹਰਨ ਦਾ ਪਾ ਦਿੱਤਾ। ਜਦੋਂ ਧੂੰਆਂ ਜਿਹਾ ਨਿਕਲਿਆ ਵੇਖਿਆ ਤੇ ਬ੍ਰਾਹਮਣ ਜਿਹੜੇ ਸਾਰੇ ਰੌਲਾ ਪਾਉਣ ਲੱਗ ਪਏ ਵੀ ਆ ਕਿਹੜਾ ਦੁਸ਼ਟ ਲੱਗ ਪਿਆ ਹੈ ਅੱਗ ਬਾਲ ਕੇ। ਉਹ ਫਿਰ ਨੇੜੇ ਜਿਹੇ ਆ ਕੇ ਤੇ ਲੱਗੇ ਹੋਏ ਟੋਕਾ ਟਕਾਈ ਜੀ ਕਰਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਵਰਜਿਆ ਵੀ ਤੇ ਅਸੀਂ ਕਿਹਾ ਹੈ ਤਾਂ ਕੀਤਾ ਹੈ। ਉਹ ਫਿਰ ਮਹਾਰਾਜ ਵੱਲ ਆ ਗਏ। ਫਿਰ ਗੁਰੂ ਸਾਹਿਬ ਜੀ ਨੇ ਬੜੇ ਸਾਰ ਸਿਧਾਂਤ ਨਾਲ ਦੱਸਦੇ ਗੁਰਬਾਣੀ ਦੇ ਰਾਹੀਂ ਵੀ ਉਹ ਮਾਸ ਦਾ ਪਰੋੜਿਆ ਬਾਦ ਦੇ ਰਾਹੀਂ ਮੰਡਣ ਕੀਤਾ। ਭਾਵੇਂ ਕਿ ਗੁਰੂ ਸਾਹਿਬ ਦਾ ਆਪਣਾ ਮਤ ਨਹੀਂ ਹੈ, ਪਰ ਉਹਨਾਂ ਨੂੰ ਉਹਨਾਂ ਦੇ ਮਤ ਮੁਤਾਬਕ ਹੀ, ਸ਼ਾਸਤਰਾਂ ਮੁਤਾਬਕ ਸਿਧਾਂਤ ਪ੍ਰਮਾਣ ਦੇ ਕੇ ਸਿੱਧ ਕਰ ਦਿੱਤਾ। ਫਿਰ ਜਦੋਂ ਨਾਨੂ ਪੰਡਤ ਜਿਹੜਾ ਆਪਣੇ ਆਪ 'ਚ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਬਣ ਕੇ ਬੈਠਾ ਹੋਇਆ ਸੀ, ਜਿਸ ਨੇ ਭਵਿੱਖਤ ਪੁਰਾਣ ਪੜ੍ਹਿਆ ਹੋਇਆ ਸੀ, ਮਹਾਰਾਜ ਜੀ ਦੇ ਅਵਤਾਰ ਧਾਰਨ ਦੇ ਸਮੇਂ ਆਉਣ ਦੇ ਵੀ ਜਦੋਂ ਕਲਯੁਗ 5000 5,500 ਸਾਲ ਚਲਾ ਜਾਏਗਾ ਤੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਣਗੇ। ਇਹਨੇ ਸੋਚਿਆ ਵੀ ਮੈਂ ਸਭ ਨੂੰ ਜਿੱਤ ਲਿਆ ਹੈ ਤੇ ਲੱਗਦਾ ਮੈਂ ਹੀ ਨਾਨਕ ਚੰਦ ਹਾਂ। ਇਹਨੇ ਆਪਣਾ ਨਾਮ ਰੱਖ ਲਿਆ। ਇਹ ਵੀ ਉੱਥੇ ਆਇਆ ਹੋਇਆ ਸੀ। ਜਦੋਂ ਕਿਸੇ ਨੂੰ ਉੱਤਰ ਨਾ ਆਇਆ, ਉਹਨਾਂ ਕਿਹਾ ਵੀ ਨਾਨੂ ਨਾਨਕ ਚੰਦ ਤੂੰ ਹੀ ਕੁਝ ਬੋਲ, ਆ ਤੇ ਫਕੀਰ ਸਾਨੂੰ ਇਹਨਾਂ ਨੇ ਚੁੱਪ ਕਰਾ ਦਿੱਤਾ ਹੈ ਚਰਚਾ ਵਿੱਚ। ਫਿਰ ਇਹ ਕਹਿਣ ਲੱਗਾ ਵੀ ਦੱਸੋ ਆ ਕੀ ਤੁਸਾਂ ਨੇ ਖੋਟਾ ਕਰਮ ਕੀਤਾ ਹੈ। ਅੱਜ ਦੇ ਦਿਨ ਤੇ ਸਾਰੇ ਡਰਦੇ ਹੈ ਤੇ ਤੁਸਾਂ ਨੇ ਕਿਵੇਂ ਕੰਮ ਕੀਤਾ ਹੈ, ਇਹ ਸਾਨੂੰ ਜਵਾਬ ਦਿਓ ਵੀ ਤੁਹਾਡਾ ਸਿਧਾਂਤ ਕੀ ਹੈ, ਨਹੀਂ ਤੇ ਮਾਰ ਖਪਾ ਦਿਆਂਗੇ। ਇਹਦੀ ਗੱਲ ਜੀ ਸੁਣ ਕੇ ਗੁਰੂ ਸਾਹਿਬ ਜੀ ਵੀ ਨਾਨੂ ਪੰਡਤ ਇਹ ਕਿਵੇਂ ਬੋਲਦਾ ਚਾਲਦਾ ਹੈ, ਤੇ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ ਵੀ ਇਹ ਨਾਨੂ ਪੰਡਤ ਸੁਣੋ, ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣੈ, ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮੈਂ ਪਾਪ ਸਮਾਣੇ। ਇਹ ਵੀ ਕਿਹੜਾ ਮਾਸ ਹੈ, ਕਿਹੜਾ ਸਾਗ ਹੈ, ਕਿਹਨੂੰ ਕਿਹਾ ਜਾਂਦਾ ਹੈ, ਇਹ ਤੁਸੀਂ ਦੱਸ ਸਕਦੇ ਹੋ ਕਿ ਕਿਹਦੇ ਵਿੱਚ ਪਾਪ ਸਮਾਏ ਹੋਏ। ਐਵੇਂ ਮੂਰਖ ਲੋਕ ਝਗੜਾ ਕਰਦੇ ਵੀ ਮਾਸ ਅਰੇ ਨੇ ਦਿੱਤਾ ਹੈ, ਮਾਸ ਖਾਣ ਲੱਗੇ ਹੈ, ਬੜਾ ਮਾੜਾ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਮਾਸ ਦੱਸੋ ਵੀ ਤੁਸੀਂ ਨਾ ਤੇ ਸਰਗੁਣ ਸਰੂਪ ਦਾ ਗਿਆਨ ਸਮਝਦੇ ਹੋ, ਨਾ ਨਿਰਗੁਣ ਸਰੂਪ ਦਾ ਧਿਆਨ ਸਮਝਦੇ ਹੋ।
ਨਿਰਗੁਣ ਸਰੂਪ ਦਾ ਤੁਸੀਂ ਗਿਆਨ ਨਹੀਂ ਜਾਣਦੇ, ਸਰਗੁਣ ਸਰੂਪ ਦਾ ਧਿਆਨ ਨਹੀਂ ਜਾਣਦੇ, ਮੂਰਖਾਂ ਵਾਂਗ ਝਗੜਾ ਕਰ ਰਹੇ ਹੋ ਤੁਸੀਂ। ਅਸਲ ਵਿੱਚ ਜਿਹੜਾ ਕਿਸੇ ਦਾ ਹੱਕ ਪਰਾਇਆ, ਨਾਨਕਾ ਉਸ ਸੂਅਰ ਉਸ ਗਾਏ। ਕਿਸ ਦਾ ਹੱਕ ਮਾਰਨਾ, ਲੁੱਟ ਖੋਜੀ ਕਰਕੇ ਆਪਣਾ ਪੇਟ ਭਰਨਾ, ਇਹ ਮਾਸ ਖਾਣਾ ਹੈ। ਜਿਹੜਾ ਕਿਰਤ ਵਿਰਤ ਕਰ ਧਰਮ ਦੀ, ਖੱਟ ਖਵਾਲਣ ਕਾਰ ਕਰੇ ਹੀ। ਇਹ ਕਿਰਤ ਵਿਰਤ ਕਰਨੀ ਦਸਾਂ ਨੋਹਾਂ ਦੀ, ਹੱਕ ਸੱਚ ਦੀ। ਇਹ ਸਾਗ ਦਾ ਕਿਹਾ ਜਾਂਦਾ, ਸਾਗ ਖਾਣਾ ਹੈ। ਇਹ ਉਪਦੇਸ਼ ਰਾਹੀਂ ਜਦੋਂ ਮਹਾਰਾਜ ਨੇ ਨਿਰੁੱਤਰ ਕੀਤਾ, ਨਾਨੂ ਪੰਡਤ ਆਦਿਕ ਸਾਰੇ ਹੱਥ ਜੋੜ ਗਏ। ਕਹਿਣ ਲੱਗੇ, ਮਹਾਰਾਜ ਅਸਾਂ ਨੇ ਆਪ ਜੀ ਦੀ ਮਹਿਮਾ ਨਹੀਂ ਜਾਣੀ ਹੈ, ਸਾਨੂੰ ਮਾਫ਼ ਕਰੋ। ਆਪ ਅਸਾਂ ਨੇ ਤੇ ਆਪ ਜੀ ਨੂੰ ਐਵੇਂ ਸਮਝਿਆ ਸੀ, ਤੇ ਪਰ ਫਿਰ ਵੀ ਤੁਸੀਂ ਅਵਤਾਰ ਹੋ, ਸੰਤ ਹੋ, ਗੁਣਾਂ ਦੀ ਖਾਣ। ਮਹਾਰਾਜ ਤੁਹਾਨੂੰ ਤੇ ਯੁੱਗਾਂ ਦੀ ਜਿਹੜੀ ਪਿਛਲੀ ਮਰਿਆਦਾ ਕਾਇਮ ਰੱਖਣੀ ਚਾਹੀਦੀ ਹੈ ਨਾ, ਤੁਹਾਨੂੰ ਤੇ ਐਵੇਂ ਨਹੀਂ ਕਰਨਾ ਚਾਹੀਦਾ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਹੇ ਪੰਡਤੋ, ਅਸਲ ਵਿੱਚ ਗੱਲ ਇਹ ਹੈ ਕਿ ਅਸਾਂ ਨੇ ਜਿਹੜਾ ਮਾਸ ਕੋਈ ਧਰਿਆ ਹੀ ਨਹੀਂ ਹੈ। ਇਹ ਤਾਂ ਖੀਰ ਰਿੰਨੀ ਹੋਈ ਹੈ ਵੀ ਤੁਸੀਂ ਥੱਕ ਟੁੱਟ ਜਾਓਗੇ ਪੂਜਾ ਪ੍ਰਤਿਸ਼ਠਾ ਕਰਕੇ, ਇਸ਼ਨਾਨ ਆਦਿ ਕਰਕੇ। ਇਹ ਤਾਂ ਤੁਹਾਡੇ ਪ੍ਰਬੰਧ ਕਰਕੇ ਅਸਾਂ ਨੇ ਜਿਹੜਾ ਲੰਗਰ ਤਿਆਰ ਕੀਤਾ ਵੀ ਤੁਸੀਂ ਛਕੋ। ਆ ਹੁਣ ਸਾਰੀ ਪੂਜਾ ਹੋ ਗਈ, ਬੈਠੋ ਤੇ ਤੁਹਾਨੂੰ ਹੀ ਖੀਰ ਛਕਾਉਣੀ ਕਰੀ। ਇਹ ਕੁਝ ਸੁਣ ਕੇ ਤੇ ਸਾਰੇ ਬੈਠ ਗਏ, ਕਤਾਰਾਂ ਪੰਗਤਾਂ ਲਵਾ ਦਿੱਤੀਆਂ। ਗੁਰੂ ਸਾਹਿਬ ਜੀ ਨੇ ਫਿਰ ਖੀਰ ਆਪਣੇ ਹੱਥੀਂ ਵਰਤਾਈ ਹੈ। ਉਹ ਜਗਤ ਰਾਏ ਰਾਣੀ ਦਾ ਪੁੱਤਰ ਵੀ ਬੈਠਾ ਵਿੱਚ ਹੀ। ਜਦੋਂ ਛਕ ਰਹੇ ਤੇ ਸਾਰੇ ਹੈਰਾਨ ਹੋ ਗਏ ਬ੍ਰਾਹਮਣ ਵੀ ਅਸਾਂ ਨੇ ਤੇ ਅੱਖੀਂ ਵੇਖਿਆ ਸੀ ਹਿਰਨ ਦਾ ਮਾਸ ਪਾਉਂਦਿਆਂ ਖੀਰ ਕਿਵੇਂ ਬਣ ਗਈ ਹੈ। ਫਿਰ ਇਹ ਘੜਾ ਵੀ ਮਟਕਾ ਵੀ ਛੋਟਾ ਹੈ ਤੇ ਕਿੰਨੇ ਜਿਹੜੇ ਖਾਈ ਜਾ ਰਹੇ ਆ, ਮੁੱਕੀ ਨਹੀਂ ਰਹੀ ਹੈ ਵੀ ਤੋੜ ਤੋਂ ਰਹਿਤ ਹੈ। ਇਹ ਕੁਝ ਵੇਖ ਕੇ ਸਾਰੇ ਰੱਜ ਗਏ, ਸਾਧੂ ਸੰਨਿਆਸੀ ਬ੍ਰਾਹਮਣ ਆਦਿ ਹੋਰ ਲੋਕ ਵੀ। ਫਿਰ ਉਹ ਗੁਰੂ ਸਾਹਿਬ ਜੀ ਦੇ ਚਰਨੀ ਆਣ ਕੇ ਲੱਗੇ ਤੇ ਕਹਿਣ ਲੱਗੇ, ਤੁਸੀਂ ਸਾਡੇ ਗੁਰੂ ਹੋ, ਸਾਨੂੰ ਗਿਆਨ ਦਾ ਉਪਦੇਸ਼ ਬਖਸ਼ੋ, ਆਪਣੀ ਸਿੱਖੀ ਬਖਸ਼ੋ। ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਸਤਿਨਾਮ ਵਾਹਿਗੁਰੂ ਦਾ ਜਾਪ ਜਪਣਾ ਹੈ, ਧਰਮ ਦੀ ਕਿਰਤ ਕਰਕੇ ਵੰਡ ਛਕਣਾ, ਸੱਚ ਬੋਲਣਾ ਹੈ, ਹਮੇਸ਼ਾ ਸਤਸੰਗ ਕਰਨੀ ਹੈ। ਇਹ ਉਪਦੇਸ਼ ਦੇ ਕਰਕੇ ਗੁਰੂ ਸਾਹਿਬ ਜੀ ਜਦੋਂ ਚੱਲੇ ਹੈ, ਸਭ ਨੇ ਮੱਥੇ ਟੇਕੇ। ਇਹ ਵੀ ਜਿਹੜੇ ਦੂਰੋਂ ਦੂਰੋਂ ਆਏ ਹੋਏ ਸੀ ਗੁਰੂ ਕੇ ਖੇਤਰ ਵਿੱਚ, ਉਹ ਵਾਪਸ ਚਲੇ ਗਏ, ਮਹਿਮਾ ਕਰਦੇ ਚਲੇ ਗਏ। ਇੱਧਰੋਂ ਜਗਤ ਰਾਏ ਤੇ ਉਹਦੀ ਮਾਤਾ ਜੋ ਰਾਣੀ ਸੀ ਅੰਮ੍ਰਿਤ ਰਾਏ ਦੀ ਘਰ ਵਾਲੀ, ਉਹ ਵੀ ਹੱਥ ਜੋੜ ਕੇ ਆਣ ਮੱਥਾ ਟੇਕਿਆ। ਗੁਰੂ ਸਾਹਿਬ ਜੀ ਨੂੰ ਕਹਿਣ ਲੱਗੀ, ਆਪ ਜੀ ਕਿਰਪਾ ਕਰੋ, ਹੁਣ ਮਹਾਰਾਜ ਸਾਡਾ ਰਾਜ ਭਾਗ ਪ੍ਰਾਪਤ ਹੋ ਜਾਏ। ਮਹਾਰਾਜ ਨੇ ਕਿਹਾ ਵੀ ਜਾਓ, ਸੈਨਾ ਇਕੱਠੀ ਕਰ ਲਓ, ਤੁਹਾਡੀ ਜਿੱਤ ਹੋਏਗੀ, ਕੋਈ ਵੈਰੀ ਤੁਹਾਡੇ ਅੱਗੇ ਨਹੀਂ ਠਹਿਰੇਗਾ। ਆਪ ਹੁਣ ਜਾਓ ਤੇ ਜੰਗ ਕਰੋ ਵੈਰੀਆਂ ਨਾਲ। ਉਹੀ ਉਹ ਗੱਲ ਹੋਈ। ਸਤਿਗੁਰੂ ਦੇ ਜਿਹੜੇ ਬਚਨ ਹੈ, ਬਚਨ ਪੂਰੇ ਹੋਣ ਕਰਕੇ ਇਹ ਜਗਤ ਰਾਏ ਦੀ ਜਿੱਤ ਹੋਈ। ਆਪਣੇ ਵੈਰੀ ਹਾਂਸੀ ਦੇ ਵਿੱਚੋਂ ਕੱਢ ਦਿੱਤੇ। ਫਿਰ ਹੌਲੀ ਹੌਲੀ ਇਹਨੇ ਜਾ ਕੇ ਪਟਨੇ ਵਿਖੇ ਰਾਜਧਾਨੀ ਬਣਾ ਲਈ, ਉੱਥੇ ਰਹਿਣ ਲੱਗਾ। ਗੁਰੂ ਸਾਹਿਬ ਦੀ ਮਹਿਮਾ ਜਾਣ ਕੇ ਸਤਿਨਾਮ ਜਪਣ ਲੱਗਾ। ਇਹ ਕੁਰੂਕਸ਼ੇਤਰ ਵਿੱਚ ਜਿਵੇਂ ਗੁਰੂ ਸਾਹਿਬ ਨੇ ਕਲਾ ਵਰਤਾਈ ਹੈ ਕਿ ਪ੍ਰੌਢਿਆਵਾਦ ਦੇ ਰਾਹੀਂ ਜਿਹੜਾ ਹੈ ਉਹਨਾਂ ਦੇ ਮਤ ਦਾ ਸਿਧਾਂਤ ਵੀ ਪੂਰਾ ਮੰਡਨ ਕਰ ਦਿੱਤਾ, ਉਹਨਾਂ ਨੂੰ ਵੀ ਨਿਰੁੱਤਰ ਕੀਤਾ ਜਵਾਬ ਦੇ ਕੇ। ਤੇ ਸਿੱਖੀ ਸਿਧਾਂਤ ਵੀ ਜਣਾ ਦਿੱਤਾ ਵੀ ਮਾਸ ਗੁਰੂ ਕੇ ਸਿੱਖ ਨੇ ਨਹੀਂ ਖਾਣਾ ਹੈ। ਨਹੀਂ ਤੇ ਗੁਰੂ ਸਾਹਿਬ ਜੀ ਨੂੰ ਕਿਹੜਾ ਕਿਸੇ ਦਾ ਡਰ ਸੀ। ਪਤੀਲੇ ਵਿੱਚ ਜੇ ਹਰਨ ਤੇ ਹਰਨ ਨਹੀਂ ਰਹਿਣ ਦਿੰਦੇ ਮਹਾਰਾਜ। ਯੁੱਗਾਂ ਦੀ ਮਰਿਆਦਾ ਵੀ ਕਾਇਮ ਰੱਖੀ ਹੈ, ਸਿੱਖੀ ਸਿਧਾਂਤ ਵੀ ਕਾਇਮ ਰੱਖਿਆ ਹੈ, ਸ਼ਾਸਤਰਾਂ ਦੀ ਮਰਿਆਦਾ ਵੀ ਕਾਇਮ ਰੱਖੀ ਹੈ। ਇਹ ਗੁਰੂ ਸਾਹਿਬ ਜੀ ਨੇ ਕਲਾ ਵਰਤਾਈ ਸੀ। ਅੱਗੇ ਜਿਵੇਂ ਗੁਰੂ ਸਾਹਿਬ ਜੀ ਚਲੇ ਹੈ ਗੰਗਾ ਦੇ ਕਿਨਾਰੇ ਹਰਿਦੁਆਰ ਵਿੱਚ, ਉਹ ਪ੍ਰਸੰਗ ਅੱਜ ਆ ਰਹੇ ਹਨ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ ਉਹ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਖਲ ਖੰਡਨ ਜਗ ਮੰਡਨੀ। ਪ੍ਰਸੰਗ ਦੀ ਆਰੰਭਤਾ ਵੇਲੇ ਭਾਈ ਸੰਤੋਖ ਸਿੰਘ ਜੀ ਮੰਗਲ, ਜੋ ਕਵੀਆਂ ਦੀ ਮਰਿਆਦਾ ਦਾ ਮੰਗਲ, ਕਵਿਤਾ ਦੀ ਦਾਤੀ ਸ਼ਕਤੀ ਦਾ ਮੰਗਲ ਕਰਦੇ ਹੈ। ਵੀ ਖਲ ਦੁਸ਼ਟਾਂ ਮੂਰਖਾਂ ਨੂੰ ਟੋਟੇ ਟੋਟੇ ਕਰਨ ਵਾਲੀ ਹੈ ਕਵਿਤਾ ਦੀ ਦਾਤੀ ਸ਼ਕਤੀ, ਸੰਸਾਰ ਨੂੰ ਸਵਾਰਨ ਵਾਲੀ ਹੈ। ਭੁਜ ਦੰਡਨਾ ਭਰ ਬੰਡ। ਜਿਸ ਦੀਆਂ ਡੰਡੇ ਵਰਗੀਆਂ ਮਜ਼ਬੂਤ ਬਾਹਾਂ ਹੈ ਤੇ ਬਹੁਤ ਬਲਵਾਨ ਹੈ। ਰੋਂਡ ਕਰਨ ਅਰ ਮੁੰਡ ਭਖ। ਮੁੰਡ ਨਾਮੇ ਦੈਂਤ ਨੂੰ ਭਖ ਜਾਣ ਵਾਲੀ, ਖਾ ਜਾਣ ਵਾਲੀ ਹੈ ਤੇ ਸਿਰ ਧੜ ਨੂੰ ਵੱਖਰਾ ਕਰਨ ਵਾਲੀ ਹੈ। ਜਾ ਜਾ ਚੰਡ ਪਰ ਚੰਡ। ਐਸੀ ਤਿੱਖੇ ਤੇਜ ਤਰਾਰੀ ਜਿਹੜੀ ਚੰਡੀ ਵੱਤ ਹੈ ਕਵਿਤਾ ਦੀ ਦਾਤੀ ਸ਼ਕਤੀ, ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ। ਇਸ ਤਰ੍ਹਾਂ ਜਿਹੜਾ ਕਵੀਆਂ ਦੀ ਮਰਿਆਦਾ ਦਾ ਮੰਗਲ ਹੈ, ਜਿਹੜਾ ਗੁਰਮਤਿ ਦੇ ਸਿਧਾਂਤ ਨਾਲ ਵੀ ਗੁਰਮੁਖ ਇਵੇਂ ਸੰਪਰਦਾਇ ਅਰਥ ਕਰ ਲੈਂਦੇ ਇਸੇ ਦੋ ਤੁਕਾਂ ਦਾ ਕਿ ਜਿਹੜੀ ਪਰਮੇਸ਼ਰ ਦੀ ਬ੍ਰਹਮ ਦੀ ਚੇਤਨ ਸੱਤਾ ਹੈ, ਚੇਤਨ ਸੱਤਾ ਕੈਸੀ ਹੈ ਉਹਦੀ ਸ਼ਕਤੀ, ਜਾਂ ਗੁਰਬਾਣੀ ਦੀ ਮਹਿਮਾ ਦਾ ਮੰਗਲ ਹੈ ਕਿ ਜੋ ਗੁਰਬਾਣੀ ਹੈ ਤੁਰਕੀ, ਉਹ ਖਲ ਕਹੀਏ ਮੂਰਖਾਂ ਦੇ ਸੁਭਾਅ ਨੂੰ ਟੋਟੇ ਟੋਟੇ ਕਰ ਦੇਣ ਵਾਲੀ ਹੈ। ਜਗ ਜਿਹੜਾ ਸੰਸਾਰ ਹੈ, ਸੰਸਾਰ ਦੇ ਜੀਵਾਂ ਨੂੰ ਮੰਡਣੀ ਕਹੀਏ ਸਵਾਰਨ ਵਾਲੀ ਹੈ ਗੁਰਬਾਣੀ। ਭੁਜ ਦੰਡਨ ਭਰ ਬੰਡ। ਜਿਸ ਗੁਰਬਾਣੀ ਦੀਆਂ ਤੁਕਾਂ ਰੂਪ ਬਾਹਾਂ ਹਨ, ਬੜੀਆਂ ਡੰਡੇ ਵਰਗੀਆਂ ਮਜ਼ਬੂਤ ਤੇ ਬਲਵਾਨ ਹਨ। ਰੋਂਡ ਕਰਨ ਅਰ ਮੁੰਡ ਭਖ। ਮੁੰਡ ਕਹੀਏ ਜਿਹੜਾ ਹੰਕਾਰ ਰੂਪੀ ਦੈਂਤ ਨੂੰ ਭਖ ਜਾਣ ਵਾਲੀ ਹੈ ਗੁਰਬਾਣੀ। ਮੁੰਡ ਕਹੀਏ ਹੰਕਾਰ ਰੂਪੀ ਸਿਰ ਨੂੰ ਜਿਹੜਾ ਹੈ ਖਾ ਜਾਣ ਵਾਲੀ ਹੈ। ਤੇ ਰੁੰਡ ਜਿਹੜੇ ਧੜੇ ਹੈ, ਧੜਿਆਂ ਨੂੰ ਖਤਮ ਕਰਨ ਵਾਲੀ ਹੈ ਗੁਰਬਾਣੀ। ਜਾ ਜਾ ਚੰਡ ਪਰ ਚੰਡ। ਐਸੀ ਗੁਰਬਾਣੀ ਦੀ ਪਰਮੇਸ਼ਰ ਦੀ ਚੇਤਨ ਸੱਤਾ ਦੀ ਸ਼ਕਤੀ ਜੋ ਬੜੀ ਪ੍ਰਚੰਡ ਕਹੀਏ ਤੇਜ ਹੈ, ਤਿੱਖੀ ਹੈ। ਇਹ ਗੁਰਬਾਣੀ ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ। ਸ੍ਰੀ ਬਾਲਾ ਸੰਦਰਵਾਚ ਚੌਪਈ। ਸ੍ਰੀ ਅੰਗਦ ਸੁਣੀਏ ਇਤਿਹਾਸਾ। ਭਾਈ ਬਾਲਾ ਜੀ ਕਹਿੰਦੇ ਆ ਗੁਰੂ ਅੰਗਦ ਦੇਵ ਸਾਹਿਬ ਜੀ ਅਗਲਾ ਇਤਿਹਾਸ ਸੁਣੀਏ ਜੀ। ਮੰਦ ਮੰਦ ਗਮਨੇ ਸੁਖ ਰਾਸਾ। ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਕੁਰੂਸ਼ੇਤਰ ਵਿੱਚ ਉਪਦੇਸ਼ ਦੇ ਕੇ ਹੌਲੀ ਹੌਲੀ ਫਿਰ ਅੱਗੇ ਚੱਲੇ ਐ। ਆਇਓ ਸ੍ਰੀ ਗੰਗਾ ਕੋ ਮੇਲਾ। ਇੱਧਰ ਹਰਿਦੁਆਰ ਦੇ ਵਿੱਚ ਸ੍ਰੀ ਗੰਗਾ ਜੀ ਦਾ ਜਿਹੜਾ ਮੇਲਾ ਆ ਗਿਆ ਸੀ, ਕੁੰਭ ਦਾ ਮੇਲਾ ਆ ਗਿਆ। ਪੀਰ ਭੂਰ ਤਹ ਭਈ ਸਕੇਲਾ। ਜਿਸ ਕਰਕੇ ਗੰਗਾ ਵਿੱਚ ਇਸ਼ਨਾਨ ਕਰਨ ਵਾਲੇ, ਕੁੰਭ ਦਾ ਮੇਲਾ ਵੇਖਣ ਵਾਲਿਆਂ ਦੀ ਬਹੁਤੀ ਭੀੜ ਆ ਉੱਥੇ ਇਕੱਠੀ ਹੋਈ। ਪੂਰਬ ਪশ্ਚਮ ਉੱਤਰ ਕੇਰੇ। ਪੂਰਬ ਚੜ੍ਹਦੇ, ਪੱਛਮ ਸ਼ਿਵ ਦੇ, ਉੱਤਰ ਆ ਪਹਾੜ ਦੇ ਇਲਾਕੇ ਦੇ। ਨਰ ਦੱਖਣ ਕੇ ਆਏ ਕਨੇਰੇ। ਦੱਖਣ ਦੇ ਪਾਸੇ ਦੇ ਵੀ ਬਹੁਤ ਹੀ ਪੁਰਸ਼ ਆਏ ਆ ਇਹ ਗੰਗਾ ਦਾ ਕੁੰਭ ਮੇਲਾ ਦੇਖਣ ਲਈ। ਮਹਾਪੁਰਬ ਲਖ ਮੱਜਨ ਕਾਰਨ। ਕਿ ਇਹ ਬੜਾ ਮਹਾਨ ਪੁਰਬ ਹੈ, ਬੜਾ ਤਕੜਾ ਮੇਲਾ ਹੈ। ਇਹ ਜਾਣ ਕੇ ਇਸ਼ਨਾਨ ਕਰਨ ਵਾਸਤੇ ਅਨਗਨ ਨਰ ਭੇ ਕਲਖ ਉਤਾਰਨਾ। ਅਣਗਿਣਤੀ ਉੱਥੇ ਪੁਰਸ਼ ਆ ਇਕੱਠੇ ਹੋਏ
ਗੰਗਾ ਵਿੱਚ ਇਸ਼ਨਾਨ ਕਰਕੇ ਆਪਣੇ ਪਾਪਾਂ ਨੂੰ ਉਤਾਰਨ ਵਾਸਤੇ ਤਹਾ ਜਾਏ ਡੇਰਾ ਕੀ ਸੁਆਮੀ। ਸੁਆਮੀ ਗੁਰੂ ਨਾਨਕ ਸਾਹਿਬ ਜੀ ਨੇ ਉਹ ਗੰਗਾ ਦੇ ਕਿਨਾਰੇ ਉੱਪਰ ਜਾ ਡੇਰਾ ਕੀਤਾ ਹੈ। ਬੜੀ ਭੀਰਾ ਲਖ ਅੰਤਰਯਾਮੀ। ਅੰਤਰਜਾਮੀ ਸਤਿਗੁਰੂ ਜੀ ਵੀ ਇੱਥੇ ਬਹੁਤ ਭੀੜ ਇਕੱਠੀ ਹੋਈ, ਬਹੁਤ ਜਾਣੇ ਹੈ। ਇਹ ਕੁਝ ਜਾਣ ਕੇ ਸਭ ਕੇ ਹਿਰਦੇ ਮਲੀਨ ਬਿਲੋਕੰ। ਵੇਖਿਆ ਵੀ ਸਾਰਿਆਂ ਦੇ ਜਿਹੜੇ ਹਿਰਦੇ ਹੈ ਇਹ ਤੇ ਬੜੇ ਮੈਲੇ ਹੈ, ਬਹੁਤ ਮੈਲ ਨਾਲ ਭਰੇ ਹੋਏ ਹੈ ਮਨ। ਨਿਰਮਲ ਕਰ ਮਨ ਕਿਨਹਾ ਨਾ ਰੋਕੰ। ਆਪਣੇ ਮਨ ਨੂੰ ਕਿਸੇ ਨੇ ਨਿਰਮਲ ਕਰਕੇ ਰੋਕਿਆ ਨਹੀਂ ਹੈ, ਮਨ ਨੂੰ ਉਜਲ ਕਰਕੇ ਪਰਮੇਸ਼ਰ ਵੱਲ ਲਾਇਆ ਨਹੀਂ ਹੈ, ਰੋਕਿਆ ਨਹੀਂ ਹੈ ਵਿਸ਼ਿਆਂ ਵੱਲੋਂ। ਰੈਨ ਬਿਤੀ ਹੋਈ ਜਬ ਭੋਰਾ। ਜਦੋਂ ਰਾਤ ਬੀਤ ਗਈ ਤੇ ਸਵੇਰ ਹੋ ਆਈ। ਮੱਜਨ ਕਰਨਾ ਗਏ ਭਲ ਠੋਰਾ। ਚੰਗੀ ਥਾਂ ਵੇਖ ਕੇ ਉਹ ਗੰਗਾ ਦਾ ਚੰਗਾ ਸਥਾਨ ਘਾਟ ਵੇਖ ਕੇ ਇਸ਼ਨਾਨ ਕਰਨ ਗਏ ਐ ਸਾਰੇ। ਕਈ ਲੱਛ ਮੱਜਨ ਨਰ ਕਰਹੀ। ਜਿਹੜੇ ਉੱਥੇ ਦੇ ਕਈ ਲੱਖ ਗੰਗਾ ਵਿੱਚ ਇਸ਼ਨਾਨ ਕਰ ਰਹੇ ਸਨ। ਭਾਉ ਭਗਤ ਕੋ ਉਰ ਮਹਿ ਧਰਹੀ। ਭਾਉ ਭਗਤ ਕੋ ਉਰ ਨਹਿ ਧਰਹੀ। ਇੱਥੇ ਨਹਿ ਪਾਠ ਸ਼ੁੱਧ ਹੈ ਵੀ ਜਿਹੜੀ ਪ੍ਰੇਮਾ ਭਗਤੀ ਹੈ ਪਰਮੇਸ਼ਰ ਦੀ ਔਰ ਇਹਦੇ ਵਿੱਚ ਤੇ ਕਿਸੇ ਨੇ ਨਹੀਂ ਧਾਰੀ ਹੋਈ ਹੈ। ਇਸ਼ਨਾਨ ਕਰ ਰਹੇ ਹੈ, ਹਰੇ ਹਰੇ ਰਾਮ ਹਰੇ ਕ੍ਰਿਸ਼ਨ ਕਰ ਰਹੇ ਹਨ ਸਾਰੇ। ਤੇ ਸੂਰਜ ਕੋ ਨੀਰ ਕਨੇਰਾ। ਕਈ ਕਿਤੇ ਜਿਹੜੇ ਉਹ ਸੂਰਜ ਨੂੰ ਬਹੁਤਾ ਪਾਣੀ ਦੇ ਰਹੇ, ਬੁੱਕ ਭਰ ਭਰ ਕੇ ਚੜ੍ਹਦੇ ਵੱਲ ਮੂੰਹ ਕਰਕੇ। ਫਿਰ ਨਹਿ ਮਨ ਸ਼ਨ ਚਾਹਾਂ ਦਿਸ਼ ਫੇਰਾ। ਪਰ ਮਨ ਉਹਨਾਂ ਦਾ ਇਸ ਸਥਿਤਾ ਛਿਨ ਮਾਤਰ ਵੀ ਨਹੀਂ ਹੈ, ਥੋੜਾ ਮਾਤਰ ਵੀ ਮਨ ਟਿਕ ਨਹੀਂ ਰਿਹਾ। ਚਾਰ ਚੁਫੇਰੇ ਫਿਰ ਰਿਹਾ ਮਨ। ਤਿੰਨ ਕੇ ਵਿੱਚ ਪਹੁੰਚੇ ਜਬ ਹੀ। ਜਦੋਂ ਹੀ ਸਤਿਗੁਰੂ ਜੀ ਇਹਨਾਂ ਲੋਕਾਂ ਦੇ ਵਿੱਚ ਜਾ ਪਹੁੰਚੇ ਹੈ ਜਿਹੜੇ ਸੂਰਜ ਵੱਲ ਮੂੰਹ ਕਰਕੇ ਪਾਣੀ ਦੇ ਰਹੇ ਸਨ। ਨਾਨਕੀਨਾ ਸ੍ਰੀ ਸਤਿਗੁਰ ਤਬ ਹੀ। ਗੁਰੂ ਸਾਹਿਬ ਜੀ ਇਹਨਾਂ ਵਿੱਚ ਜਾ ਕੇ ਜਿਹੜਾ ਇਸ਼ਨਾਨ ਕੀਤਾ, ਟੁੱਬੀ ਜੀ ਮਾਰ ਲਈ ਹੈ ਗੰਗਾ ਵਿੱਚ। ਪਸ਼ਚਮ ਦੇਸ਼ ਮੁਖ ਕਰ ਗੁਣ ਖਾਨੀ। ਪੱਛਮ ਦੇਸ਼, ਪੱਛਮ ਦੀ ਤਰਫ, ਪੱਛਮ ਦੀ ਤਰਫ ਮੁਖ ਜਿਹੜਾ ਹੈ ਗੁਣਾ ਦੀ ਖਾਨ ਸਤਿਗੁਰੂ ਜੀ ਨੇ ਕਰਕੇ ਭਾਵ ਆ ਲਹਿੰਦੇ ਵੱਲ ਮੂੰਹ ਕਰਕੇ। ਕਰ ਅੰਜਲ ਸੋ ਸੀ। ਕਰ ਅੰਜਲ ਸੋ ਸੀਚਤ ਪਾਣੀ। ਸਿੰਚਤ ਪਾਣੀ ਬੁੱਕ ਜੇ ਭਰ ਭਰ ਕੇ ਗੁਰੂ ਸਾਹਿਬ ਜੀ ਜਲ ਜਿਹੜਾ ਸਿੰਚਣ ਲੱਗ ਪਏ। ਆ ਲਹਿੰਦੇ ਵਾਲੇ ਪਾਸੇ ਬੁੱਕ ਭਰ ਕੇ ਪਾਣੀ ਸੁੱਟਣ ਲੱਗੇ ਸਤਿਗੁਰੂ ਜੀ। ਕਿਤਕ ਕਾਲ ਕਰ ਇਸੀ ਪ੍ਰਕਾਰਾ। ਕਿੰਨਾ ਕੁ ਸਮਾਂ ਮਹਾਰਾਜ ਇਸੇ ਤਰ੍ਹਾਂ ਹੀ ਕਰ ਕਰਾ ਕੇ। ਸੁਰ ਸਰ ਕੇ ਮਦ ਖਰੇ ਉਦਾਰਾ। ਤੇ ਗੁਰੂ ਸਾਹਿਬ ਸਖੀ ਦਾਤੇ ਮਹਾਰਾਜ ਐ ਗੰਗਾ ਦੇ ਵਿਚਕਾਰ ਖੜੇ ਐ। ਲੋਕ ਬਿਲੋਕਤ ਅਚਰਜ ਮਨ ਹੈ। ਲੋਕ ਵੇਖ ਵੇਖ ਜਿਹੜੇ ਉੱਥੇ ਬਹੁਤ ਇਸ਼ਨਾਨ ਕਰ ਰਹੇ ਸੀ ਉਹ ਅਸਚਰਜਤਾ ਮੰਨਣ ਲੱਗੇ। ਹੈ ਇਹ ਕੌਣ ਸੇ ਬਚਨ ਬਖਾਨ ਹੈ। ਆਪੋ ਵਿੱਚ ਹੀ ਬਚਨ ਜੇ ਕਹਿੰਦੇ ਕਹਿੰਦੇ ਵੀ ਆ ਕੌਣ ਹੈ, ਕਿਹੜਾ ਜਿਹੜਾ ਇਸ ਤਰ੍ਹਾਂ ਕਰ ਰਿਹਾ ਉਲਟੀ ਜੀ ਰੀਤੀ। ਹਿੰਦੂ ਕਿਦਾ ਤੁਰਕ ਹੈ ਕੋਈ। ਇਹ ਕੋਈ ਹਿੰਦੂ ਹੈ ਜਾਂ ਅਥਵਾ ਤੁਰਕ ਹੈ। ਜਾਨੀ ਜਾਏ ਨਾ ਇਹ ਗਤ ਜੋਈ। ਇਹਦੀ ਜਿਹੜੀ ਗਤ ਹਾਲਤ ਹੈ, ਰੀਤੀ ਹੈ, ਮਰਿਆਦਾ ਜੋ ਹੈ ਉਹ ਜਾਣੀ ਨਹੀਂ ਜਾ ਰਹੀ ਵੀ ਇਹ ਹਿੰਦੂ ਹੈ ਕਿ ਮੁਸਲਮਾਨ। ਇਸ ਪ੍ਰਕਾਰ ਔਰ ਅਚਰਜ ਧਰ ਕਾ। ਇਸ ਤਰ੍ਹਾਂ ਸਾਰੇ ਆਪਣੇ ਹਿਰਦਿਆਂ ਵਿੱਚ ਹੈਰਾਨੀ ਜੀ ਧਾਰ ਕੇ। ਪੂਜਤ ਗੁਰ ਸਾ ਬਚਨ ਉਚਰ ਕਾ। ਤੇ ਗੁਰੂ ਮਹਾਰਾਜ ਜੀ ਨੂੰ ਫਿਰ ਬਚਨ ਜੇ ਉਚਾਰ ਕੇ ਖੀਰੀ ਬੋਲੀ ਪਏ ਹੈ ਤੇ ਵੀ ਇਹ ਅਸੀਂ ਜਲ ਚੜ੍ਹਦੇ ਨੂੰ ਦੇ ਰਹੇ ਹਾਂ, ਲੈਂਦੇ ਨੂੰ ਦੇ ਰਹੇ ਹਾਂ। ਉਹ ਫਿਰ ਕੁਝ ਜਾਣੇ ਇਕੱਠੇ ਹੋ ਕੇ ਪੁੱਛਣ ਲੱਗੇ ਹਿੰਦੂ ਕਿਦਾ ਤੁਰਕ ਤੂੰ ਕੋਈ। ਕਹਿੰਦੇ ਵੀ ਉਹ
ਪੁੱਤ ਵੀ ਤੂੰ ਕੌਣ ਹੈ, ਹਿੰਦੂ ਹੈ ਜਾਂ ਤੁਰਕ ਹੈ ਕੋਈ? ਕਹੋ ਸਾਚ ਨਹ ਰਾਖੋ ਗੋਈ। ਤੂੰ ਜੋ ਵੀ ਹੈ, ਹਿੰਦੂ ਹੈ ਮੁਸਲਮਾਨ ਹੈ, ਉਹ ਸੱਚ ਕਹੋ ਤੇ ਆ ਗੁਪਤ ਨਾ ਰੱਖ, ਆਪਣਾ ਛੁਪਾ ਨਾ ਕਰ। ਤੁਰਕ ਜੇ ਹੈ ਗੰਗਾ ਕਿਉਂ ਆਇਓ। ਜੇ ਤੂੰ ਵੀ ਤੁਰਕ ਹੈ ਮੁਸਲਮਾਨ ਹੈ, ਫਿਰ ਤੂੰ ਗੰਗਾ ਵਿੱਚ ਇਸ਼ਨਾਨ ਕਰਨ ਕਾਹਦੇ ਵਾਸਤੇ ਆਇਆ ਹੈ? ਮਿਲ ਹਿੰਦਨ ਮੈਂ ਨਾਨ ਰਚਾਇਓ। ਐਵੇਂ ਢੁੰਗ ਜਿਹਾ ਕਰਕੇ ਹਿੰਦੂਆਂ ਵਿੱਚ ਮਿਲ ਜੁਲ ਕੇ ਤੇ ਨਹਾਉਣਾ ਸ਼ੁਰੂ ਕਰ ਦਿੱਤਾ ਤੈਨੇ। ਜੇ ਹਿੰਦੂ ਪਛਮਾ ਮੁਖ ਕਰਕੇ। ਜੇ ਤੂੰ ਹਿੰਦੂ ਆ ਤੇ ਫਿਰ ਆ ਕਿਸ ਗੱਲ ਵਾਸਤੇ ਪੱਛਮ ਲਹਿੰਦੇ ਵੱਲ ਮੁਖ ਕਰਕੇ? ਨਾਏ ਦੇਤ ਜਲ ਕਿਆ ਸੋ ਵਿਚਰ ਕਾ। ਕੀ ਵਿਚਾਰ ਕੇ ਜਿਹੜਾ ਤੂੰ ਇਸ਼ਨਾਨ ਕਰ ਰਿਹਾ ਹੈ ਤੇ ਜਲ ਜਿਹੜਾ ਪੱਛਮ ਲਹਿੰਦੇ ਵੱਲ ਦੇ ਰਿਹਾ, ਸੁੱਟ ਰਿਹਾ ਹੈ? ਇਤ ਦਿਸ ਕਿਸ ਕੋ ਦੇਵਹਿ ਪਾਣੀ। ਸਾਨੂੰ ਦੱਸ ਵੀ ਆ ਲਹਿੰਦੀ ਤਰਫ ਵੱਲ ਤੂੰ ਕਿਸ ਨੂੰ ਜਿਹੜਾ ਪਾਣੀ ਦੇ ਰਿਹਾ ਬੁੱਕ ਭਰ ਭਰ ਕੇ? ਇਹ ਕੇ ਕਹੇ ਰੀਤ ਨਹੀਂ ਠਾਨੀ। ਕਿਸ ਖੋਟੇ ਪੁਰਖ ਦੇ ਕਹੇ ਕਰਕੇ ਆ ਉਲਟੀ ਜਿਹੜੀ ਰੀਤੀ ਜੀ ਧਾਰਨ ਕੀਤੀ ਹੋਈ, ਜਿੱਦ ਜੀ ਕੀਤੀ ਹੋਈ ਹੈ। ਸੁਨ ਕਰ ਬੋਲੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਇਹਨਾਂ ਬ੍ਰਾਹਮਣਾਂ ਜਿਹਾਂ ਤੋਂ ਸੁਣ ਕਰਕੇ ਬਚਨ ਬੋਲੇ। ਤੁਮ ਇਤ ਦੇਸ਼ ਜਲ ਦੇਹੋ ਕਿਆ ਜਾਨਾ। ਕਹਿੰਦੇ ਵੀ ਮਹਾਰਾਜ ਕਹਿਣ ਲੱਗੇ ਵੀ ਉਹ ਬ੍ਰਾਹਮਣੋ, ਆ ਇੱਧਰ ਤਰਫ ਭਾਵ ਚੜ੍ਹਦੇ ਦੀ ਤਰਫ ਜਿਹੜਾ ਤੁਸੀਂ ਜਲ ਦੇ ਰਹੇ ਹੋ, ਵੀ ਇਹ ਕੀ ਜਾਣ ਕੇ ਦੇ ਰਹੇ ਹੋ, ਕੀ ਸਮਝ ਕੇ ਦੇ ਰਹੇ ਹੋ ਚੜ੍ਹਦੀ ਤਰਫ ਜਲ? ਕਿਹ ਤੁਮ ਦੇਹੋ ਕੌਣ ਤਿਹ ਲਈ। ਕਿਸ ਨੂੰ ਤੁਸੀਂ ਇਹ ਜਲ ਆਪਣਾ ਦੇ ਰਹੇ ਹੋ ਤੇ ਅੱਗੋਂ ਕਿਹੜਾ ਹੈ ਜਿਹੜਾ ਤੁਹਾਡਾ ਇਹ ਜਲ ਲੈ ਰਿਹਾ ਚੜ੍ਹਦੀ ਤਰਫੋਂ? ਪ੍ਰਥਮ ਬਤਾਵੋ ਮੁਝ ਕੋ ਸੇਈ। ਪਹਿਲਾਂ ਮੈਨੂੰ ਤੁਸੀਂ ਮਹਾਰਾਜ ਕਹਿੰਦੇ ਉਹ ਦੱਸੋ ਜੋ ਅਸਾਂ ਪੁੱਛਿਆ ਹੈ। ਨਰ ਬੋਲੇ ਜੇ ਪਿਤਰ ਹਮਾਰੇ। ਵਿੱਚੋਂ ਜਿਹੜੇ ਸਿਆਣੇ ਕੁਝ ਸੀ ਧੀਰ ਜਵਾਨ ਉਹ ਪ੍ਰੇਮ ਜੇ ਨਾਲ ਬੋਲੇ ਹੈ, ਕਹਿੰਦੇ ਮਹਾਰਾਜ ਜਿਹੜੇ ਸਾਡੇ ਆ ਬਜ਼ੁਰਗ ਹੈ ਨਾ, ਉਹ ਪਿੱਤਰ ਲੋਕ ਰਹਿੰਦੇ ਹੋਏ ਤਿਨ ਕੋ ਜਲ ਦੇ ਨਾਏ ਸਕਾਰੇ। ਆ ਕੋਈ ਅੱਜ ਦੀ ਨਵੀਂ ਗੱਲ ਥੋੜੀ ਹੈ। ਅਸੀਂ ਤੇ ਆਪਣੇ ਪਿੱਤਰਾਂ ਬਜ਼ੁਰਗਾਂ ਨੂੰ ਨੇਤੀ ਇਸ਼ਨਾਨ ਕਰਕੇ ਜਲ ਦੇਨੇ ਆ ਚੜ੍ਹਦੇ ਵੱਲ। ਜਲ ਲੈ ਕਰ ਸੋਹਵੈ ਤ੍ਰਿਪਤਾਈ। ਉਹ ਸਾਡਾ ਜਲ ਲੈ ਕਰਕੇ ਸਾਡੇ ਬਜ਼ੁਰਗ ਤ੍ਰਿਪਤ ਹੋ ਜਾਂਦੇ, ਰੱਜੇ ਰਹਿੰਦੇ ਸਾਰਾ ਦਿਨ। ਹਮ ਕੋ ਸਦਾ ਹੋਤ ਸੁਖਦਾਈ। ਜਿਸ ਕਰਕੇ ਪਿੱਤਰਾਂ ਨੂੰ ਜਲ ਦੇਣ ਨਾਲ ਸਾਨੂੰ ਸਦਾ ਹੀ ਉਹ ਸੁਖਦਾਈ ਹੁੰਦੇ ਆ, ਤੰਗ ਪਰੇਸ਼ਾਨ ਨਹੀਂ ਕਰਦੇ। ਸ੍ਰੀ ਗੁਰ ਤਿਨ ਸੋ ਬੈਨ ਉਚਾਰ। ਗੁਰੂ ਸਾਹਿਬ ਜੀ ਸੁਣ ਕਰਕੇ ਤੇ ਉਹਨਾਂ ਨੂੰ ਬਚਨ ਕਹਿਣ ਲੱਗੇ। ਕਿਦਕ ਦੂਰ ਹੈ ਪਿਤਰ ਤੁਮਾਰੇ। ਠੀਕ ਹੈ ਵੀ ਬ੍ਰਾਹਮਣੋ ਜਲ ਦੇ ਰਹੇ ਹੋ, ਤੁਹਾਡੇ ਜਿਹੜੇ ਪਿੱਤਰ ਬਜ਼ੁਰਗ ਹੈ ਇੱਥੋਂ ਕਿੰਨੀ ਕੁ ਦੂਰ, ਕਿੰਨੇ ਕੋਹਾਂ ਤੇ ਰਹਿੰਦੇ ਐ। ਜਿਨ ਕੋ ਜਲ ਤੁਮ ਦੇਤ ਸਦਾਈ। ਜਿਨ੍ਹਾਂ ਨੂੰ ਆ ਜਲ ਤੁਸੀਂ ਚੜ੍ਹਦੇ ਵੱਲ ਮੂੰਹ ਕਰਕੇ ਗੰਗਾ 'ਚ ਵੜ ਕੇ ਰੋਜ਼ਾਨਾ ਹਮੇਸ਼ਾ ਹੀ ਜਲ ਦਿੰਦੇ ਹੋ ਛਕਣ ਲਈ। ਲੈ ਕਰ ਜੋ ਹੋਵਤ ਤ੍ਰਿਪਤਾਈ। ਤੇ ਜੋ ਤੁਹਾਡਾ ਦਿੱਤਾ ਹੋਇਆ ਸੁੱਟਿਆ ਹੋਇਆ ਜਲ ਲੈ ਕਰਕੇ ਤੁਹਾਡੇ ਪਿੱਤਰ ਵੀ ਰੱਜ ਜਾਂਦੇ ਐ, ਤ੍ਰਿਪਤ ਹੁੰਦੇ ਐ। ਨਰ ਬੋਲੇ ਮਤਵਾਨ ਜੋ। ਜਿਹੜੇ ਬੜੀ ਚੰਗੀ ਅਕਲ ਮੱਤ ਵਾਲੇ ਸਨ, ਸਿਆਣੇ ਸੀ, ਉਹ ਇੱਕੋ ਹੀ ਆਵਾਜ਼ ਵਿੱਚ ਬੋਲੇ ਐ। ਕਿਤਕ ਸਹੰਸਰ ਜੋ ਜਨ ਸੋ। ਕਹਿੰਦੇ ਵੀ ਮਹਾਰਾਜ ਉਹ ਵੀ ਕਿੰਨੇ ਕੁ ਹਜ਼ਾਰਾਂ ਜੋਜਨ ਕੋਹਾਂ ਤੇ ਐ, ਸਾਡੇ ਬਜ਼ੁਰਗ ਉਹ ਤੇ ਨਹੀਂ ਦੱਸ ਸਕਦੇ ਅਸੀਂ। ਸ੍ਰੀ ਗੁਰ ਸੋਨਾ ਸ਼ੋਨਨ ਤਿਨ ਬਾਣੀ। ਜਾਂ ਐਵੇਂ ਵੀ ਕਿਤਕ ਸਹੰਸਰ ਜੋਜਨ ਸੋ, ਮਹਾਰਾਜ ਉਹ ਤੇ ਕਿੰਨੇ ਹਜ਼ਾਰਾਂ ਹੀ ਜੋਜਨ, ਕਿੰਨੇ ਕੋਹਾਂ ਹੀ ਹੈ ਦੂਰ। ਸ੍ਰੀ ਗੁਰ ਸੁਨ ਸ਼ੋਨਨ ਤਿਨ ਬਾਣੀ। ਗੁਰੂ ਨਾਨਕ ਸਾਹਿਬ ਜੀ ਇਹਨਾਂ ਬ੍ਰਾਹਮਣਾਂ ਦੀ ਬਾਣੀ ਆਪਣੇ ਕੰਨਾਂ ਵਿੱਚ ਸੁਣ ਕਰਕੇ ਧਿਆਨ ਨਾਲ ਦੇਨ ਵਿਸਾਲ ਲੱਗੇ ਪੁਨ ਪਾਣੀ। ਜਿਹੜਾ ਹੈ ਮਹਾਰਾਜ ਵੀ ਸੁਣ ਕੇ ਇਸ ਤਰ੍ਹਾਂ ਕਹਿੰਦੇ ਐ। ਸੱਚੇ ਪਾਤਸ਼ਾਹ ਜੀ ਨੇ ਲਹਿੰਦੇ ਵੱਲ ਮੁਖ ਕਰ ਲਿਆ,
ਫਿਰ ਤੇ ਬਹੁਤਾ ਹੀ ਪਾਣੀ ਸੁੱਟਣ ਲੱਗਿਆ ਬੁੱਕ ਭਰ ਭਰ ਕੇ। ਪਸ਼ਚਮ ਦਿਸ਼ਾ ਬਦਨ ਕੋ ਕਰਕੈ ਪੱਛਮ ਲਹਿੰਦੇ ਵੱਲ ਆਪਣਾ ਮੁੱਖ ਕਰਕੇ ਗੁਰੂ ਸਾਹਿਬ ਜੀ ਤੇ ਫਿਰ ਦੋਨਾਂ ਹੱਥਾਂ ਨਾਲ ਜੋਰੋ ਜੋਰੀ ਪਾਣੀ ਸੁੱਟਣਾ ਸ਼ੁਰੂ ਕਰਨ ਲੱਗੇ। ਏ ਰਹਿ ਜਲ ਬਹੁ ਅੰਜੁਲ ਭਰ ਕੈ ਬਹੁਤ ਹੀ ਬੁੱਕ ਭਰ ਭਰ ਕੇ ਸੁੱਟਦੇ ਐ ਜਲ। ਪੂਜਨ ਲੱਗੇ ਬਾਹਰ ਨਰ ਸੋ ਜਿਹੜੇ ਬਹੁਤ ਹੀ ਪੁਰਸ਼ ਸੀ ਉੱਥੇ ਵੇਖ ਰਹੇ ਵੀ ਆਹ ਕਮਾਲ ਹੋ ਗਈ, ਅਸੀਂ ਚੜਦੇ ਨੂੰ ਸੁੱਟਦੇ ਆ, ਲੈਂਦੇ ਸੁੱਟਦੇ ਆ। ਉਹ ਐਵੇਂ ਔਖੇ ਜਿਹੇ ਹੋ ਕੇ ਪੁੱਛਣ ਲੱਗੇ। ਤੈ ਨਿਜ ਬਾਤ ਬਤਾਏ ਨਾ ਕੋ ਕਹਿੰਦੇ ਵੀ ਆਹ ਕੀ ਕਰਦੇ ਹੋ ਤੁਸੀਂ, ਸਾਡੇ ਕੋ ਸਾਰਾ ਕੁਝ ਪੁੱਛ ਲਿਆ, ਆਪਣੇ ਬਾਰੇ ਤੁਸੀਂ ਕੋਈ ਗੱਲ ਹੀ ਨਹੀਂ ਦੱਸਦੇ। ਹਿੰਦੂ ਤੁਰਕ ਕੌਣ ਹੈ ਜਾਤੀ ਵੀ ਤੂੰ ਕੌਣ ਹੈ, ਪੁੱਛਿਆ ਸਾਂ ਹਿੰਦੂ ਹੈ ਕਿ ਤੁਰਕ ਹੈ, ਵੀ ਤੇਰੀ ਕਿਹੜੀ ਜਾਤੀ ਜਾਤ ਹੈ। ਇਤ ਦਿਸ਼ ਜਲ ਦੇ ਕਿਹ ਤ੍ਰਿਪਤਾਤੀ ਸਾਨੂੰ ਆ ਵੀ ਦੱਸੋ ਵੀ ਇੱਧਰ ਲਹਿੰਦੇ ਦੀ ਤਰਫ ਤੁਸੀਂ ਜਲ ਦੇ ਕੇ ਕਿਸ ਨੂੰ ਰਜਾ ਰਹੇ ਹੋ, ਤ੍ਰਿਪਤ ਕਰ ਰਹੇ ਹੋ। ਦੋਹਰਾ ਸੁਨ ਕਾ ਬੋਲੇ ਬਚਨ ਕੋ ਸਤਿਗੁਰੂ ਮਹਾਰਾਜ ਇਹਨਾਂ ਬ੍ਰਾਹਮਣਾਂ ਦੇ ਬਚਨਾਂ ਨੂੰ ਸੁਣ ਕੇ ਬੋਲੇ ਐ। ਸ੍ਰੀ ਬੇਦੀ ਕੁਲ ਕੇਤ ਜੋ ਗੁਰੂ ਨਾਨਕ ਸਾਹਿਬ ਜੀ ਬੇਦੀਆਂ ਦੀ ਕੁਲ ਦੇ ਧੁਜਾ ਰੂਪ ਹੈ, ਨਿਸ਼ਾਨ ਹਨ। ਜਬ ਸੁਰ ਸਰ ਨਾਵਨ ਆਇਓ ਇਹ ਸੁਣੋ, ਜਦੋਂ ਅਸੀਂ ਆ ਗੰਗਾ ਵਿੱਚ ਇਸ਼ਨਾਨ ਕਰਨ ਵਾਸਤੇ ਘਰੋਂ ਆਏ ਸੀ, ਹੋਰ ਨਿਜ ਬੋਇਓ ਖੇਤ ਆਪਣਾ ਜਿਹੜਾ ਖੇਤ ਹੈ ਉਹ ਆਪਣੇ ਨਗਰ ਵਿੱਚ ਬੀਜ ਕੇ ਆਏ ਸਾਂ। ਜੋ ਪਈ ਨਹ ਜਲ ਦੇਨਾ ਹਾਰ ਕੋ ਪਾਛੇ ਉਹ ਪਿੱਛੇ ਹੀ ਖੇਤ ਬੀਜ ਕੇ ਆਏ ਆਪਣੇ ਨਗਰ ਵਿੱਚ, ਤੇ ਸਾਡਾ ਤੇ ਹੁਣ ਕੋਈ ਪਿੱਛੇ ਹੈ ਨਹੀਂ ਜਲ ਦੇਣ ਵਾਲਾ ਮਾਤਾ ਪਿਤਾ, ਤੇ ਅਸੀਂ ਇੱਥੇ ਆ ਗਏ ਹਾਂ ਇਸ਼ਨਾਨ ਕਰਨ ਵਾਸਤੇ, ਜਿਸ ਕਰਕੇ ਸਾਡੇ ਖੇਤ ਨੂੰ ਪਾਣੀ ਨਹੀਂ ਪਹੁੰਚਿਆ, ਪਿੱਛੇ ਕੋਈ ਜਲ ਦੇਣ ਵਾਲਾ ਹੈ ਨਹੀਂਗਾ। ਤਿਹ ਕੋ ਨੀਰਾ ਦਿਓ ਮੈਂ ਆਛੇ ਉਸ ਆਪਣੇ ਖੇਤ ਨੂੰ ਮਹਾਰਾਜ ਕਹਿੰਦੇ ਅਸੀਂ ਜਲ ਜਿਹੜਾ ਹੈ ਜਿੱਥੇ ਵੀ ਜਾਈਏ ਚੰਗੀ ਤਰ੍ਹਾਂ ਦੇ ਦਿੰਦੇ ਆ, ਇਸ ਤਰ੍ਹਾਂ ਬੁੱਕ ਜੇ ਸੁੱਟ ਕੇ ਜਾਏ ਨਾ ਸੂਕ ਰਹਿ ਹਰਿਆਈ ਵੀ ਉਹ ਖੇਤੀ ਬੜੀ ਕੰਮ ਦੀ ਹੈ, ਕਿਤੇ ਸੁੱਕ ਨਾ ਜਾਏ। ਜਲ ਦੇਨੇ ਆ ਵੀ ਹਰਿਆ ਭਰਿਆ ਰਹੇ ਖੇਤ। ਨਿਤ ਪਾਣੀ ਕੋ ਦੇਤ ਬਚਾਈ ਤੇ ਅਸੀਂ ਹਮੇਸ਼ਾ ਇਸੇ ਤਰ੍ਹਾਂ ਹੀ ਜਿੱਥੇ ਵੀ ਜਾਈਏ ਉੱਥੋਂ ਹੀ ਜਲ ਪਹੁੰਚਾ ਦਿੰਦੇ ਆਪਣੇ ਖੇਤਾਂ ਨੂੰ। ਜਿਵੇਂ ਤੁਸੀਂ ਆਪਣੇ ਬਜ਼ੁਰਗਾਂ ਨੂੰ ਇੱਥੇ ਹੀ ਖਲੋਤੇ ਹੋਏ ਜਲ ਪਹੁੰਚਾਈ ਜਾਂਦੇ ਹੋ ਆਕਾਸ਼ਾਂ ਦੇ ਵਿੱਚ ਦੀ। ਉੱਚੇ ਥਲ ਬੋਇਓ ਸੋਭ ਕਿਦਾਰਾ ਫਿਰ ਜੋ ਅਸਾਂ ਨੇ ਖੇਤ ਬੀਜਿਆ ਉਹ ਬੜਾ ਉੱਚੇ ਥਾਂ ਤੇ ਆ, ਟਿੱਬਿਆਂ ਜੇ ਉੱਪਰ। ਘਰ ਜਾਵਤ ਬਰਖਾ ਕੋ ਬਾਰਾ ਜਿਸ ਕਰਕੇ ਬਾਰਿਸ਼ ਦਾ ਜਿਹੜਾ ਪਾਣੀ ਜਲ ਹੈ ਉਹ ਜਦੋਂ ਪੈਂਦੀ ਬਾਰਿਸ਼ ਉਹ ਵੀ ਢਲ ਜਾਂਦਾ ਹੈ, ਖੇਤ ਸੁੱਕ ਜਾਂਦਾ ਹੈ। ਸੁਨ ਕਰ ਜਾਨਾ ਬਾਵਰੋ ਕਹਾ ਸੋਨ ਨਰ ਉਹੜੇ ਸੁਣ ਰਹੇ ਸੀ ਨਾ ਮਾਰੇ ਬਚਨ, ਤੇ ਇਸ ਤਰ੍ਹਾਂ ਜਾਣ ਕੇ ਵੀ ਇਹ ਤੇ ਕਮਲਾ ਹੀ ਹੈ, ਕੋਈ ਤੇ ਕਹਿੰਦੇ ਹਨ ਬਾਦ ਨੀਰ ਤੋਂ ਗੇਰਤ ਹੈ ਕਹਿੰਦੇ ਵੀ ਉਹ ਮਸਤਾਨੇ ਐਵੇਂ ਵਿਅਰਥੀ ਜਿਹੜਾ ਪਾਣੀ ਤੋਂ ਸੁੱਟਦਾ ਹੈ। ਖੇਤ ਮਾਹੇ ਨਹ ਜਾ ਖੇਤ ਮਾਹੇ ਨਹ ਜਵਹਿ ਕਾਸੇ ਜਾਵਹਿ ਕੈਸੇ, ਕਹਿੰਦੇ ਵੀ ਕਿਸੇ ਤਰ੍ਹਾਂ ਵੀ ਤੇਰੇ ਖੇਤ ਨੂੰ ਜਲ ਨਹੀਂ ਪਹੁੰਚ ਸਕਦਾ, ਐਵੇਂ ਕੋ ਮਸਤਾਨੀਆਂ ਕਮਲੀਆਂ ਗੱਲਾਂ ਕਰਦਾ ਹੈ ਤੂੰ। ਖਰੋ ਇਹਾ ਪਾਣੀ ਦੇ ਜਾਸੇ ਜਿਸ ਤਰ੍ਹਾਂ ਤੂੰ ਇੱਥੇ ਖਲੋਤਾ ਹਰੀਦਵਾਰ ਤੇ ਆਪਣੇ ਖੇਤਾਂ ਨੂੰ ਪਾਣੀ ਦੇ ਰਿਹਾ, ਵੀ ਇੱਥੋਂ ਕਿਵੇਂ ਚਲਿਆ ਜਾਏਗਾ ਤੇਰੇ ਖੇਤ ਨੂੰ ਪਾਣੀ। ਕਹਾ ਖੇਤ ਠਾਂਡੋ ਤੂੰ ਕਹਾ ਕਿੱਥੇ ਵੀ ਤੇਰਾ ਖੇਤ ਇੱਥੋਂ ਕਿੰਨੇ ਦੂਰ, ਕਿੰਨੇ ਕਿਲੋਮੀਟਰਾਂ ਦੇ, ਤੇ ਕਿੱਥੇ ਤੂੰ ਆਪ ਖੜਾ ਹੈ ਹਰੀਦਵਾਰ ਵਿੱਚ ਗੰਗਾ ਵਿੱਚ। ਕਿਉਂ ਪ੍ਰਾਪਤ ਪਾਣੀ ਹੋਇਆ ਤਾਹਾ ਫਿਰ ਕਿਵੇਂ ਤੇਰੇ ਖੇਤ ਨੂੰ ਪਾਣੀ ਪ੍ਰਾਪਤ ਹੋਵੇ, ਜਾਂ ਜਲ ਸੁੱਟਦਾ ਹੈ ਉਹ ਤੇ ਉੱਥੇ ਗੰਗਾ ਜੀ ਡਿੱਗੀ ਜਾ ਰਿਹਾ ਹੈ। ਦੋਹਰਾ
ਹਰੋ ਖੇਤ ਨਹਿ ਹੋਵਈ। ਕਹਿਣ ਲੱਗੇ ਸਾਰੇ ਇਕੱਠੇ ਜੇ ਹੋਏ ਸਿਆਣੇ ਜੇ ਬਣ ਕੇ, ਕਹਿੰਦੇ ਵੀ ਤੇਰਾ ਖੇਤ ਨਹੀਂ ਹਰਿਆ ਹੋਵੇਗਾ ਇਸ ਤਰ੍ਹਾਂ। ਤੂੰ ਹੈ ਬੜੋ ਅਜਾਨਾ। ਬੜੀ ਕਮਾਲ ਦੀ ਗੱਲ ਹੈ ਵੀ ਹੈ ਮੈਂ ਖੇਤ ਨੂੰ ਪਾਣੀ ਦੇ ਰਹਾ, ਵੇ ਤੂੰ ਤੇ ਬੜਾ ਅਜਾਣ ਬੇਸਮਝ ਹੈ। ਬਹੁਤ ਲੋਕ ਮਿਲਤ ਹੈ ਭਏ। ਇਸ ਤਰ੍ਹਾਂ ਬਹੁਤੇ ਲੋਕ ਮਿਲ ਜੁਲ ਕੇ ਉੱਥੇ ਤੇ ਇਕੱਠੇ ਹੋਏ ਪਏ ਐ। ਬੋਲੇ ਕਿਰਪਾ ਨਿਧਾਨਾ। ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ ਐ ਫਿਰ ਪੰਡਿਆਂ ਨੂੰ। ਚੌਪਈ ਸ੍ਰੀ ਪਰਮੇਸ਼ਰ ਤੁਮ ਹੈ ਭੁਲਾਇਓ। ਮਹਾਰਾਜ ਕਹਿਣ ਲੱਗੇ ਵੀ ਹੇ ਇਸ਼ਨਾਨ ਕਰਨ ਵਾਲੇ ਸਾਰੇ ਪੰਡਤੋ ਬ੍ਰਾਹਮਣੋ, ਅਸਲ ਵਿੱਚ ਤੁਸਾਂ ਨੇ ਪਰਮੇਸ਼ਰ ਪਰਮਾਤਮਾ ਨੂੰ ਭੁਲਾਇਆ ਹੋਇਆ ਹੈ। ਭਾਉ ਭਗਤ ਬਿਨ ਮਨ ਪਰਮਾਇਓ। ਜਿਹੜੀ ਪ੍ਰੇਮਾ ਭਗਤੀ ਕਰਨੀ ਆ ਪਰਮੇਸ਼ਰ ਦੀ ਪ੍ਰੇਮ ਨਾਲ, ਉਹਦੇ ਤੁਸੀਂ ਕੋਈ ਕਰਦੇ ਨਹੀਂ। ਐਵੇਂ ਪ੍ਰੇਮਾ ਭਗਤੀ ਬਿਨਾ ਮਨ ਭਰਮਾਇਆ ਹੋਇਆ ਭਟਕਦੇ ਫਿਰਦੇ ਹੋ। ਮੇਰੋ ਇਹ ਸਮੀਪ ਕਿਦਾਰਾ। ਸੁਣੋ ਨਾ ਸਾਡਾ ਬਚਨ ਵੀ ਜਿਹੜਾ ਸਾਡਾ ਖੇਤ ਉਹ ਤੇ ਇੱਥੇ ਨੇੜੇ ਹੀ ਹੈ, ਕੋਲ ਹੀ ਹੈ, ਕੁਝ ਮੀਲਾਂ ਤੇ। ਤਾਕ ਪਹੁੰਚ ਨਾ ਸਕਈ ਬਾਰਾ। ਤੇ ਤੁਸੀਂ ਕਹਿੰਦੇ ਵੀ ਉਹ ਸਾਡੇ ਖੇਤ ਨੂੰ ਜਿਹੜਾ ਹੈ ਪਾਣੀ ਜਿਹੜਾ ਜਲ ਪਹੁੰਚ ਨਹੀਂ ਸਕਦਾ, ਜਦੋਂ ਕਿ ਆ ਧਰਤੀ ਦੇ ਉੱਪਰ ਹੀ ਹੈ ਸਾਡਾ ਖੇਤ। ਤੁਮਰੇ ਪਿਤਰ ਦੂਰ ਅਧਕਾਈ। ਤੇ ਤੁਹਾਡੇ ਜਿਹੜੇ ਪਿੱਤਰ ਬਜ਼ੁਰਗ ਮਰ ਖੱਪ ਕੇ ਗਏ ਹੈ, ਇੱਥੋਂ ਬਹੁਤ ਹੀ ਦੂਰ ਹੈ, ਆਕਾਸ਼ਾਂ ਵਿੱਚ ਪਤਾ ਨਹੀਂ ਕਿੱਥੇ ਕਿੰਨੇ ਯੋਜਨ ਕਿੰਨੇ ਕੋਹਾਂ ਉੱਪਰ ਰਹਿੰਦੇ ਐ। ਸੋ ਜਲ ਲੈ ਕੈਸੇ ਤ੍ਰਿਪਤਾਈ। ਉਹ ਜਲ ਲੈ ਕੇ ਤੁਹਾਡਾ ਇਥੋਂ ਗੰਗਾ 'ਚ ਸੁੱਟਿਆ ਹੋਇਆ ਕਿਸ ਤਰ੍ਹਾਂ ਰੱਜ ਜਾਣਗੇ ਵੀ ਦੱਸੋ ਸਾਨੂੰ। ਮੁਝੇ ਜਾਣਾ ਭਨਤ ਹੋ ਕੈਸੇ। ਹੇ ਬ੍ਰਾਹਮਣੋ ਸਾਡਾ ਬਚਨ ਸੁਣੋ ਵੀ ਕਿਸ ਤਰ੍ਹਾਂ ਤੁਸੀਂ ਜਿਹੜਾ ਮੈਨੂੰ ਅਜਾਣ ਬੇਸਮਝ ਕਹਿੰਦੇ ਹੋ। ਬੜੇ ਅਜਾਨਾ ਭਏ ਤੁਮ ਆਸੇ। ਇਸ ਤਰ੍ਹਾਂ ਤੇ ਜੇ ਜਾਣੀਏ ਤੁਹਾਡੀ ਗੱਲ ਮੁਤਾਬਕ ਵੱਡੇ ਬੇਸਮਝ ਤੋਂ ਤੁਸੀਂ ਹੋਏ ਪਏ ਹੋ, ਜਿਹੜੇ ਕਹਿੰਦੇ ਹੋ ਵੀ ਆ ਸਾਡੇ ਪਿੱਤਰ ਰਹਿੰਦੇ ਆ, ਸੂਰਜ ਨੂੰ ਅਸੀਂ ਪਾਣੀ ਪਹੁੰਚਾਉਂਦੇ ਆ, ਅੱਗੇ ਸੂਰਜ ਸਾਡੇ ਪਿੱਤਰਾਂ ਨੂੰ ਛਕਾਉਂਦਾ ਹੈ। ਕਿੱਥੇ ਸੂਰਜ ਹੈ, ਕਿੱਥੇ ਤੁਸੀਂ ਖੜੇ ਹੋ। ਤੇ ਸਾਡਾ ਇੱਥੇ ਖੇਤ ਧਰਤੀ ਤੇ ਕੁਝ ਮੀਲਾਂ ਦੇ ਉੱਪਰ, ਤੇ ਉਹਨੂੰ ਕਹਿੰਦੇ ਵੀ ਪਾਣੀ ਨਹੀਂ ਜਾਣਾ, ਪਹੁੰਚਣਾ ਨਹੀਂ ਹੈ, ਖੇਤ ਨਹੀਂ ਹਰਿਆ ਹੋਣਾ। ਤੇ ਆਪ ਕਹਿੰਦੇ ਵੀ ਸਾਡੇ ਪਿੱਤਰਾਂ ਬਜ਼ੁਰਗਾਂ ਨੂੰ ਜਲ ਚਲਿਆ ਜਾਣਾ ਹੈ। ਇਸ ਤਰ੍ਹਾਂ ਤੁਹਾਡੀ ਗੱਲ ਨਾਲ ਤੇ ਤੁਸੀਂ ਆਪ ਹੀ ਖੰਡਨ ਹੋ ਗਏ ਹੋ। ਵੱਡੇ ਵੇ ਸਮਝਦੇ ਤੁਸੀਂ ਆਪ ਹੋ ਮੂਰਖ ਕਮਲੇ। ਆਸ ਕਹਿ ਤੂਸ਼ਨਾ ਭੇ ਜਗ ਸਾਈ। ਸੰਸਾਰ ਦੇ ਸਾਈਂ ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਕਹਿ ਕੇ ਚੁੱਪ ਹੋ ਗਏ। ਬੈਠ ਰਹੇ ਤਬ ਤਿਸ ਹੀ ਥਾਈ। ਉਸੇ ਥਾਈ ਗੰਗਾ ਦੇ ਕਿਨਾਰੇ ਦੇ ਇੱਕ ਪਾਸੇ 'ਚ ਹੋ ਕੇ ਬੈਠ ਗਏ ਮਹਾਰਾਜ। ਕਿਸੇ ਨੂੰ ਕੋਈ ਗੱਲ ਨਹੀਂ ਆ ਰਹੀ। ਪੁੰਜ ਮਨਜ ਤਹ ਮੱਜਨ ਕਰਹੀਂ। ਉੱਥੇ ਦੇ ਬਹੁਤੇ ਮਨੁੱਖ ਇਕੱਠੇ ਹੋ ਕੇ ਇਸ਼ਨਾਨ ਕਰ ਰਹੇ ਆ ਦੂਓ ਦੂ। ਤਟ ਪਰ ਬੈਠ ਧਿਆਨ ਕੋ ਧਰਹੀਂ। ਗੰਗਾ ਦੇ ਕਿਨਾਰੇ ਤੇ ਬੈਠ ਕਰਕੇ ਐਵੇਂ ਅੱਖਾਂ ਜਿਹੀਆਂ ਬੰਦ ਕਰਕੇ ਸਿਰ ਪੂਜ ਸਬਗਲ ਸਮਾਦਮ ਬਗਲ ਸਮਾਧੀ ਜੀ ਲਾ ਕੇ ਧਿਆਨ ਧਰ ਰਹੇ ਹਨ। ਦੋਹਰਾ ਕੋ ਸੰਧਿਆ ਲਾਗੇ ਕਰਨਾ। ਕੁਝ ਕੁ ਜਿਹੜੇ ਉੱਥੇ ਗਏ ਹੋਏ ਸੀ ਉਹ ਤੇ ਸੰਧਿਆ ਪੂਜਾ ਅਰਚਨਾ ਕਰਨ ਲੱਗੇ। ਕੇਤਕ ਤਰਪਨ ਕੀਨਾ। ਕੁਝ ਕੁ ਜਿਹੜੇ ਉਹ ਤਰਪਣਾ ਇਹ ਪੂਜਾ ਕਰਨੀ ਹੈ, ਚੰਦਨ ਜਾਂ ਛਿੜਕਣਾ ਸ਼ੁਰੂ ਕੀਤਾ ਕਈਆਂ ਨੇ। ਤੂਸ਼ਨ ਹੋ ਬੈਠੇ ਕਿਤਕ। ਕੁਝ ਕਿਤੇ ਜਮਾਂ ਹੀ ਥੱਕ ਟੁੱਟ ਕੇ ਚੁੱਪ ਹੋ ਕੇ ਬੈਠੇ ਹੋਏ ਸੀ। ਕਰ ਮਹਿਮਾਲਾ ਲੀਨਾ। ਹੱਥਾਂ ਵਿੱਚ ਮਾਲਾ ਲਈਆਂ ਹੋਈਆਂ ਸੀ, ਮਾਥੇ ਤਿਲਖਤ ਮਾਲਾ ਬਾਨਾ। ਚੌਪਈ ਸ੍ਰੀ ਗੁਰ ਸਭ ਕੇ ਮਨ ਕੀ ਜਾਣੈ। ਇੱਧਰ ਗੁਰੂ ਨਾਨਕ ਸਾਹਿਬ ਅੰਤਰਜਾਮੀ ਮਹਾਰਾਜ ਸਾਰਿਆਂ ਦੇ ਦਿਲਾਂ ਦੀ ਜਾਣਦੇ ਸਮਝਦੇ ਸਨ ਵੀ ਕਿਹੜਾ ਮਾਲਾ ਜਪ ਰਿਹਾ, ਕਿਹੜਾ ਕੀ ਕਰ ਰਿਹਾ ਹੈ। ਤਿਨਹਿ ਸੁਨਾਵੈ ਬਚਨ ਬਖਾਨੈ। ਇਹ ਜਿਹੜੇ ਬੈਠੇ ਸੀ ਨਾ ਸਾਰੇ ਪਖੰਡ ਕਰਨ ਨੂੰ, ਗੁਰੂ ਸਾਹਿਬ ਵੀ ਇੱਕ ਪਾਸੇ ਬੈਠੇ ਹੋਏ ਸੀ। ਮਹਾਰਾਜ ਜੀ ਨੂੰ ਕਿਹੜਾ ਕਿਸੇ ਦਾ ਡਰ ਸੀ।
ਤੇ ਇਹਨਾਂ ਨੂੰ ਸੁਣਾ ਕੇ ਬਚਨ ਕਹਿੰਦੇ ਐ। ਦੇਖੋ ਹਿੰਦੂ ਨਰਕ ਸਿਧਾਰਹਿ। ਦੇਖੋ ਭਾਈ ਮਰਦਾਨਾ ਬਾਲਾ, ਜਿਹੜੇ ਹਿੰਦੂ ਹੈ ਨਾ, ਇਹ ਤੇ ਸਿੱਧਾ ਨਰਕ ਨੂੰ ਚਲੇ ਜਾ ਰਹੇ ਐ। ਜਮ ਗਹਿ ਲਿਹ ਮਾਰ ਬਹੁ ਮਾਰਹਿ। ਇਹਨਾਂ ਨੂੰ ਜਮ ਪਕੜ ਲਵੇਗਾ, ਫਿਰ ਬਹੁਤਾ ਮਾਰੇਗਾ, ਇਹਨਾਂ ਦਾ ਕੁਟਾਪਾ ਕਰੇਗਾ। ਨਰ ਸੁਨ ਕਹਿ ਜਪਤਿਓ ਹਰ ਨਾਈ। ਉਹ ਜਿਹੜੇ ਢੋਂਗ ਜਿਹਾ ਕਰ ਰਹੇ ਸੀ, ਉਹਨਾਂ ਕੰਨ ਜੇ ਖੜੇ ਕੀਤੇ ਐ, ਸੁਣ ਕੇ ਕਹਿਣ ਲੱਗੇ, ਮਹਾਰਾਜ ਸੰਤ ਜੀ, ਅਸੀਂ ਤੇ ਹਰੀ ਦਾ ਨਾਮ ਜਪ ਰਹੇ ਆ, ਫਿਰ ਕਿਵੇਂ ਮਰਾਂਗੇ? ਕੈਸੇ ਇਹ ਨਰਕ ਕੋ ਜਾਈ। ਕਿਸ ਤਰ੍ਹਾਂ ਇਹ ਨਰਕ ਨੂੰ ਜਾਣਗੇ? ਤੇ ਸਾਰੇ ਮਾਲਾ ਜਪ ਰਹੇ ਆ, ਹਰੇ ਹਰੇ ਰਾਮ ਰਾਮ ਕਰ ਰਹੇ ਐ। ਆਗਾ ਤਾ ਕੀਨੀ ਵਿਪਰੀਤਾ। ਪਹਿਲਾਂ ਵੀ ਤੁਸਾਂ ਨੇ ਉਲਟੀ ਰੀਤੀ ਕੀਤੀ ਸੀ। ਸਾਰੇ ਚੜ੍ਹਦੇ ਨੂੰ ਜਲ ਦੇ ਰਹੇ ਐ, ਤੇ ਤੁਸੀਂ ਪੱਛਮ ਨੂੰ ਦੇ ਰਹੇ ਸਨ। ਅਬ ਕਸ ਬੋਲਤ ਭਇਓ ਪੀਤਾ। ਵੀ ਹੁਣ ਕਿਸ ਤਰ੍ਹਾਂ ਤੂੰ ਬੋਲਦਾ ਹੈ ਵੀ ਤੁਸੀਂ ਨਰਕਾਂ ਨੂੰ ਜਾਓਗੇ, ਨਰਕ 'ਚ ਡਿੱਗੋਗੇ ਜਾ ਕੇ। ਇੱਥੇ ਅਸੀਂ ਕਿੰਨੇ ਇਕੱਠੇ ਹੋਏ ਹਾਂ, ਕਿੰਨਿਆਂ ਵਿੱਚ ਐਵੇਂ ਭੈ ਤੋਂ ਰਹਿ ਤੇ ਨਿਡਰ ਹੋ ਕੇ ਕਿਵੇਂ ਬੋਲ ਰਹੇ ਹੋ? ਕਿਵੇਂ ਸਾਨੂੰ ਨਰਕਾਂ 'ਚ ਸੁੱਟਣ ਦੀਆਂ ਤਿਆਰੀਆਂ ਕਰ ਰਹੇ ਹੋ ਤੁਸੀਂ? ਸੂਦੇ ਮਗ ਕੇ ਪਾਵਨ ਹੇਤਾ। ਗੁਰੂ ਨਾਨਕ ਸਾਹਿਬ ਇਹਨਾਂ ਭੁੱਲੇ ਭਟਕਿਆਂ ਨੂੰ, ਵਹਿਮਾਂ ਭਰਮਾਂ ਵਿੱਚ ਫਸਿਆਂ ਹੋਇਆਂ ਨੂੰ ਭਾਵ ਭਗਤੀ ਦੇ ਸਿੱਧੇ ਰਸਤੇ ਤੇ ਪਾਉਣ ਵਾਸਤੇ। ਕੋਨ ਬੋਲੇ ਬੇਦੀ ਕੁਲ ਕੇਤਾ। ਬੇਦੀਆਂ ਦੇ ਕੁਲ ਦੇ ਤੁਜਾ ਰੂਪ ਗੁਰੂ ਨਾਨਕ ਸਾਹਿਬ ਜੀ ਬੋਲੇ ਐ। ਜੇ ਤੁਮ ਨਾਮ ਬਿਖਲ ਵਲਾਵ ਹੋ। ਮਹਾਰਾਜ ਕਹਿੰਦੇ ਵੀ ਅਸੀਂ ਤੁਹਾਨੂੰ ਕਿਉਂ ਕਹਿਣਾ ਹੈ? ਗੱਲ ਤੇ ਅਸਲ ਵਿੱਚ ਹੈ, ਜੇ ਤੁਸੀਂ ਨਾਮ ਵਿੱਚ ਆਪਣੇ ਮਨ ਦੀ ਲੇਵ ਬਿਰਤੀ ਲਾਓ। ਕਿਉਂ ਤੁਮ ਅੰਤ ਅਦੋਗਤ ਜਾਵੋ। ਫਿਰ ਵੀ ਕਿਉਂ ਤੁਸੀਂ ਅੰਤ ਨੂੰ ਅਦੋਗਤੀ ਆ ਭੂਤ ਪ੍ਰੇਤਾਂ ਦੀ ਹਾਲਤ ਵਿੱਚ ਜਾਓ? ਕਿਉਂ ਤੁਸੀਂ ਆ ਨਰਕ ਵਿੱਚ ਪਾਓ? ਲੈ ਮਾਲਾ ਬੈਠੇ ਕਰ ਮਾਹੀ। ਤੁਸੀਂ ਤੇ ਪਖੰਡ ਕਰ ਰਹੇ ਹੋ, ਹੱਥਾਂ ਵਿੱਚ ਮਾਲਾ ਲੈ ਲੈ ਕੇ ਬੈਠੇ ਹੋਏ ਹੋ। ਮਨ ਸਥਿਰ ਇੱਕ ਛਿਨ ਭੀ ਨਾਹੀ। ਆ ਤੁਹਾਡਾ ਮਨ ਜਿਹੜਾ ਇੱਕ ਛਿਨ ਮਾਤਰ ਹੀ ਸਥਿਰ ਹੈ, ਇਹਦਾ ਟਿਕਿਆ ਹੈ ਮਨ। ਲੋਕ ਦਿਖਾਵਨਾ ਹਿਤ ਦਿਨ ਰਾਤੀ। ਐਵੇਂ ਹੀ ਦਿਨ ਰਾਤ ਲੋਕਾਂ ਨੂੰ ਦਿਖਾਉਣ ਵਾਸਤੇ ਪਖੰਡ ਕਰਹੁ ਦੰਭ ਬੈਠੇ ਪਲ ਭਾਂਤੀ। ਚੰਗੀ ਤਰ੍ਹਾਂ ਬੈਠੇ ਹੋਏ ਤੇ ਚੰਗੀ ਤਰ੍ਹਾਂ ਪਖੰਡ ਕਰਦੇ ਹੋ। ਆ ਜਿਵੇਂ ਬੰਗਲਾ ਪਖੰਡ ਕਰਦਾ, ਮੱਛੀ ਫੜ ਲੱਗਿਆ। ਦੋਹਰਾ ਕੈਸੇ ਜਪਤਾ ਨਾਮ ਤੋਂ। ਇੱਕ ਤੇ ਬਹੁਤੇ ਪਖੰਡ ਜਿਹਾ ਕਰ ਰਿਹਾ ਸੀ। ਮਹਾਰਾਜ ਕਹਿਣ ਲੱਗੇ, ਉਹ ਇਹ ਕਿਸ ਤਰ੍ਹਾਂ ਮਾਲਾ ਜੀ ਘੁਮਾ ਕੇ ਨਾਮ ਜਪਦਾ ਤੂੰ ਓਏ? ਮਨ ਪਠਿਓ ਮੁਲਤਾਨ। ਤੇ ਤੇਰਾ ਮਨ ਜਿਹੜਾ ਹੈ ਉਹ ਮੁਲਤਾਨ ਭੇਜਿਆ ਹੋਇਆ, ਆਪਣੇ ਮਨ ਨੂੰ ਤੂੰ ਮਨ ਮੁਲਤਾਨ ਭੇਜਿਆ ਹੋਇਆ। ਮਾਲਾ ਗੰਗਾ ਦੇ ਕਿਨਾਰੇ ਜਪਦਾ ਹੈ। ਤੇਰੋ ਕਾਬਲ ਮਹਿ ਗਇਓ। ਦੂਜੇ ਨੂੰ ਕਿਹਾ ਵੀ ਤੇਰਾ ਜਿਹੜਾ ਮਨ ਉਹਦੇ ਕਾਬਲ ਵਿੱਚ ਗਿਆ ਹੋਇਆ ਹੈ। ਕਰੀਏ ਸਾਚ ਬਖਾਨਾ। ਉਹ ਮਾਲਾ ਜਪਣ ਵਾਲਿਆ, ਸੱਚ ਕਹਿਣਾ ਕਰ, ਝੂਠ ਨਾ ਬੋਲੀ। ਮਾਲਾ ਜਪਦਾ ਹੈ, ਤੇਰਾ ਮਨ ਕਾਬਲ ਵਿੱਚ ਗਿਆ ਕਿ ਨਹੀਂ ਗਿਆ? ਦੱਸ ਸੱਚ। ਚੌਪਈ ਇੰਦਰ ਪ੍ਰਸਤ ਮਹਿ ਵਿਚਰਤ ਤੇਰਾ। ਇੱਕ ਨੂੰ ਕਹਿਣ ਲੱਗੇ ਵੀ ਤੇਰਾ ਜਿਹੜਾ ਮਨ ਹੈ ਨਾ, ਉਹਦੇ ਦਿੱਲੀ ਵਿੱਚ ਘੁੰਮ ਫਿਰ ਰਿਹਾ ਹੈ। ਤਕੈ ਲਾਭ ਹਿਆ ਹੋਏ ਕਨੇਰਾ। ਤੱਕੈ ਕੱਸ ਕੇ ਪਾਠ ਕਰਨਾ, ਤੱਕੈ ਲਾਭ। ਤੇ ਤੂੰ ਤੇਰਾ ਮਨ ਦਿੱਲੀ ਵਿੱਚ ਫਿਰ ਰਿਹਾ ਹੈ ਵੀ ਇੱਥੇ ਕਿਤੇ ਮੈਂ ਦਿੱਲੀ ਵਿੱਚ ਹੋਵਾਂ, ਦੁਕਾਨ ਕਰਾਂ, ਵਪਾਰ ਕਰਾਂ, ਮੈਨੂੰ ਬੜਾ ਲਾਭ ਹੋਏ। ਤੂੰ ਤੇ ਲਾਭ ਤੱਕ ਰਿਹਾ ਦਿੱਲੀ ਦੇ ਵਿੱਚ ਬੈਠਾ। ਜਹ ਜਹ ਮਨ ਸਭ ਹਿਨ ਕੋ ਗਏ। ਗੱਲ ਕੀ ਸੀ ਕਿ ਉਹ ਜਿੰਨੇ ਮਾਲਾ ਲੈ ਕੇ ਪਖੰਡ ਜੇ ਕਰ ਰਹੇ ਸੀ, ਤੇ ਜਿੱਥੇ ਜਿੱਥੇ ਵੀ ਮਨ ਸਾਰਿਆਂ ਦੇ ਗਏ ਹੋਏ ਸੀ। ਸ੍ਰੀ ਗੁਰ ਤਾਹਾ ਬਤਾਵਤ ਭਏ। ਗੁਰੂ ਸਾਹਿਬ ਜੀ ਉੱਥੇ ਉੱਥੇ ਸਾਰਿਆਂ ਦੱਸਣ ਲੱਗ ਪਏ ਵੀ ਤੇਰਾ ਮਨ ਤੇ ਜਿਹੜਾ ਸਰੀਰ ਤੂੰ ਮਾਲਾ ਇੱਥੇ ਫੇਰ ਰਿਹਾ ਹੈ, ਮਨ ਤੇਰਾ ਕਿਤੇ ਫਿਰ ਰਿਹਾ ਹੈ। ਸਭ ਮਾਨਵ ਨੇ ਸੁਨ ਅਸ ਬੈਨੰ।
ਸਭ ਮਾਨਵ ਨੇ ਸੁਨ ਅਸ ਬੈਨੰ। ਉਹ ਜਿਨ੍ਹਾਂ ਨੂੰ ਦੱਸਿਆ ਸਾਰੇ ਮਨੁੱਖੀ ਐਸੇ ਬਚਨ ਸੁਣ ਕੇ ਜਾਣਿਆ ਪਰਮੇਸ਼ਰ ਗਤ ਦੈਨੰ। ਜਾਣਿਆ ਵੀ ਇਹਦੇ ਪਰਮੇਸ਼ਰ ਆ ਗਿਆ ਮੁਕਤੀ ਦੇਣ ਵਾਲਾ। ਹੱਥ ਬੰਦ ਹੋਏ ਮਨ ਦੀਨੰ। ਬੜੇ ਸ਼ਰਮਿੰਦੇ ਜੇ ਹੋਏ, ਮਨ ਵਿੱਚ ਦੀਨ ਮਾਣੇ ਜੇ ਹੋ ਕੇ ਦੋਵੇਂ ਹੱਥ ਜੋੜੇ ਆ ਸਭ ਨੇ। ਚਰਨ ਕਮਲ ਪਰ ਬੰਦਨ ਕੀਨੰ। ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਨਮਸਕਾਰ ਕੀਤੀ ਹੈ ਸਾਰਿਆਂ। ਬਿਨਾ ਭਨਤ ਭੁੱਲੇ ਹੈ ਤੁਮ ਤੇ। ਬੇਨਤੀਆਂ ਕਰਦੇ ਮਹਾਰਾਜ ਤੁਹਾਡੇ ਵੱਲੋਂ ਤੇ ਅਸੀਂ ਭੁੱਲ ਹੀ ਗਏ ਸਾਂ। ਬਖਸ਼ਹ ਗੁਣ ਹੈ ਭਏ ਜੋ ਹਮ ਤੇ। ਸਾਡੇ ਤੋਂ ਜੋ ਗੁਨਾਹ ਔਗਣ ਹੋ ਗਏ ਨਾ ਉਹ ਗੁਰੂ ਸਾਹਿਬ ਜੀ ਬਖਸ਼ੋ, ਅਸੀਂ ਖਤੇ ਬਹੁਤ ਕਮਾਵਦੇ। ਮਹਿਮਾ ਆਗੈ ਹਮ ਨਹਿ ਜਾਣੀ। ਆਸਾਂ ਨੇ ਤੁਹਾਡੀ ਪਹਿਲਾਂ ਮਹਿਮਾ ਨਹੀਂ ਸੀ ਜਾਣੀ ਬੇਸਮਝਾਂ ਨੇ। ਅਬ ਜਾਨੀ ਤੁਮ ਹੋ ਗਤ ਦਾਨੀ। ਆ ਤੇ ਹੁਣ ਜਾਣੀ ਹੈ ਵੀ ਤੁਸੀਂ ਨੇ ਮੁਕਤੀ ਦਾਤੇ ਪਰਮੇਸ਼ਰ ਆਏ ਹੋਏ ਹੋ ਜੀ। ਦੋਹਰਾ ਤਰਪਣ ਮਾਲਾ ਤਜ ਸਬੈ। ਉਸ ਵੇਲੇ ਜਿਹੜਾ ਕੋਈ ਸੰਧਿਆ ਕਰ ਰਿਹਾ ਸੀ ਪੂਜਾ ਜੀ, ਤੇ ਅੱਜ ਕੋਈ ਚੰਦਨ ਛਿੜਕਣਾ ਕਰ ਰਿਹਾ ਸੀ, ਤਰਪਣ ਪਿੱਤਰਾਂ ਨੂੰ ਪਾਣੀ ਦੇਣਾ ਤ੍ਰਿਪਤ ਕਰਨ ਵਾਸਤੇ ਵੀ ਤਰਪਣ ਹੀ ਹੁੰਦਾ ਹੈ। ਤੇ ਜਿਹੜਾ ਕੋਈ ਮਾਲਾ ਜੀ ਫੇਰ ਰਿਹਾ ਸੀ ਇਹ ਸਭ ਕੁਝ ਛੱਡ ਛੁੱਡ ਕੇ ਠਾਕੁਰ ਪੂਜਾ ਸ਼ੋਰ। ਜਿਹੜਾ ਕੋਈ ਠਾਕਰਾਂ ਦੀ ਪੂਜਾ ਕਰ ਰਿਹਾ ਸੀ ਉਹ ਠਾਕਰਾਂ ਦੀ ਪੂਜਾ ਛੱਡ ਕੇ ਆਵਹਿ ਗੁਰੂ ਸਮੀਪ ਸਭ। ਸਾਰੇ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਉਣ ਲੱਗੇ। ਬੰਦਹ ਦ્વੈ ਕਰ ਜੋਰ। ਦੋਵੇਂ ਹੱਥ ਜੋੜ ਜੋੜ ਕੇ ਮੱਥੇ ਟੇਕਦੇ ਐ ਮਹਾਰਾਜ ਜੀ ਨੂੰ। ਚੌਪਈ ਅਬ ਤੁਮ ਸਿੱਖ ਆਪਣੇ ਕਰੀਏ। ਕਹਿੰਦੇ ਐ ਮਹਾਰਾਜ ਕਿਰਪਾ ਕਰੀਏ ਹੁਣ ਆਪਣੇ ਸਿੱਖ ਬਣਾ ਲੈਣਾ ਕਰੋ ਜੀ ਸਾਨੂੰ। ਪਦ ਰਜ ਦੇ ਪਾਪ ਪਰ ਹਰੀਏ। ਆਪਣੇ ਚਰਨਾਂ ਦੀ ਧੂੜੀ ਦੇ ਕੇ ਸਾਡੇ ਸਾਰੇ ਪਾਪ ਨਾਸ ਕਰ ਦਈਏ ਗੁਰੂ ਸਾਹਿਬ ਜੀ। ਭੂਲੇ ਹਮ ਮਗ ਦੇਹੋ ਬਤਾਈ। ਅਸੀਂ ਵਾਹਿਗੁਰੂ ਪਰਮੇਸ਼ਰ ਦੇ ਰਸਤੇ ਤੋਂ ਭੁੱਲੇ ਹੋਏ ਆ, ਸਾਨੂੰ ਭਾਵ ਭਗਤੀ ਦਾ ਰਸਤਾ ਦੱਸ ਦਿਓ ਜੀ। ਮਹਾਪੁਰਖ ਤੁਮ ਹੋ ਗਤ ਦਾਈ। ਤੁਸੀਂ ਤੇ ਮਹਾਨ ਅਕਾਲ ਪੁਰਖ ਹੋ, ਮੁਕਤੀ ਦਾਤੇ ਹੋ, ਮੁਕੰਦ ਮੁਕੰਦ ਜਪੋ ਸੰਸਾਰ। ਗੁਰੂ ਹਮਾਰੇ ਬੇ ਤੁਮਤ ਅਬ ਹੀ। ਹੁਣ ਤੋਂ ਤੁਸੀਂ ਜਿਹੜੇ ਨਾ ਸਾਡੇ ਗੁਰੂ ਹੋ ਗਏ ਹੋ ਜੀ। ਇਸ ਪ੍ਰਕਾਰ ਕਹਿ ਬੰਦਾ ਸਭ ਹੀ। ਇਸ ਤਰ੍ਹਾਂ ਕਹਿ ਕਰਕੇ ਸਾਰੇ ਉਹ ਟੋਲਿਆਂ ਦੇ ਟੋਲੇ ਮਾਰੇ ਚਰਨਾਂ ਤੇ ਡਿੱਗ ਪਏ, ਮੱਥਾ ਟੇਕਣ ਲੱਗੇ। ਸ੍ਰੀ ਗੁਰ ਕਹੈ ਸਨਹਾਰੇ ਲੋਕੋ। ਗੁਰੂ ਸਾਹਿਬ ਕਹਿਣ ਲੱਗੇ ਹੇ ਪੰਡਤ ਰੋਕੋ ਸੁਣੋ। ਕੈਸੇ ਸਿੱਖ ਕਰਾਂ ਤੁਮਨੋ ਕੋ। ਤੁਮਨੋ ਕੋ ਮਾਰੇ ਕਹਿੰਦੇ ਵੀ ਤੁਹਾਨੂੰ ਅਸੀਂ ਆਪਣੇ ਕਿਵੇਂ ਸਿੱਖ ਸੇਵਕ ਕਰੀਏ। ਮਨ ਮਲੀਨਾ ਤੁਮ ਕਰ ਗੁਰ ਓਰੇ। ਤੁਹਾਡੇ ਦੇ ਮਨ ਬੜੇ ਮੈਲੇ ਐ, ਹਿਰਦੇ ਬੜੇ ਮੈਲੇ ਐ, ਉੱਤੋਂ ਤੁਸੀਂ ਸਾਫ ਸੁਥਰੇ ਬਣੇ ਹੋਏ, ਤੁਸੀਂ ਹੋਰ ਕੋਈ ਗੁਰੂ ਕਰ ਲਓ। ਸਮਝਤ ਹੋ ਤੁਮ ਹਮ ਕੋ ਬੋਰੇ। ਸਾਨੂੰ ਤੇ ਤੁਸੀਂ ਜਿਹੜਾ ਬੌਰੇ ਕਮਲੇ ਸਮਝਦੇ ਹੋ ਵੀ ਇਹ ਕਮਲਾ ਝੱਲਾ ਹੈ। ਕਹਿ ਸੋ ਨਰ ਅਬ ਤਜੈ ਨਾ ਤੁਮ ਕੋ। ਉਹ ਕਹਿਣ ਲੱਗੇ ਮਹਾਰਾਜ ਇਸ ਤਰ੍ਹਾਂ ਨਾ ਕਹੋ, ਤੇ ਗਲਤੀ ਹੋ ਗਈ ਹੈ, ਅਸੀਂ ਨਹੀਂ ਤੁਹਾਨੂੰ ਛੱਡ ਸਕਦੇ, ਖਹਿੜਾ ਤੁਹਾਡਾ ਨਹੀਂ ਛੱਡਣਾ ਹੁਣ ਅਸੀਂ। ਇਉ ਕਹਿ ਬੈਨਾ ਭੁਲਾਵਤ ਹਮ ਕੋ। ਮਹਾਰਾਜ ਐਵੇਂ ਕਹਿ ਕਰਕੇ ਗੱਲਾਂ ਜੀਆਂ ਤੁਸੀਂ ਸਾਨੂੰ ਭੁਲਾਉਂਦੇ ਹੋ, ਸਾਨੂੰ ਛੱਡਣਾ ਚਾਹੁੰਦੇ ਹੋ। ਦੋਹਰਾ ਰਹੇ ਚਰਨ ਲਪਟਾਏ ਜਬ। ਜਦੋਂ ਹੀ ਇਹ ਸਾਰੇ ਮਹਾਰਾਜ ਜੀ ਦੇ ਚਰਨਾਂ ਤੇ ਲੱਗ ਗਏ, ਸਾਰੇ ਡਿੱਗ ਪਏ ਐ। ਗੁਰੂ ਮ੍ਰਿਦਲ ਕਹਿ ਬੈਨਾ। ਗੁਰੂ ਸਾਹਿਬ ਜੀ ਨੇ ਉਸ ਵੇਲੇ ਬੜੇ ਕੋਮਲ ਬਚਨ ਕਹੇ ਐ। ਸਭ ਕੋ ਦੇ ਸੰਤੋਖ ਤਬ। ਉਸ ਵੇਲੇ ਸਾਰਿਆਂ ਨੂੰ ਸੰਤੋਖ ਦਾ ਉਪਦੇਸ਼ ਦਿੱਤਾ, ਸੰਤੋਖ ਬਖਸ਼ ਦਿੱਤਾ ਹੈ। ਬੈਠ ਗਏ ਗੁਣ ਆਨਾ। ਗੁਣਾਂ ਦੇ ਘਰ ਮਾਰ ਸਭ ਨੂੰ ਸੰਤੋਖ ਦੇ ਕੇ ਨਾ ਵੀ ਠੀਕ ਹੈ ਭਾਈ ਤੁਹਾਡਾ ਬਚਨ ਮੰਨ ਲੈਨੇ ਆ, ਤੇ ਬੈਠ ਗਏ ਐ। ਚੌਪਈ ਤਿਨ ਕੋ ਭੋਜਨ ਭਇਓ ਤਿਆਰੀ। ਇੰਨੇ ਨੂੰ ਇਹਨਾਂ ਨੇ ਜਿਹੜਾ ਆਪੋ ਆਪਣਾ ਕੀਤਾ ਹੋਇਆ ਸੀ ਰਾਸ਼ਨ ਪਾਣੀ ਦਾ ਇੰਤਜ਼ਾਮ,
ਉਹ ਭੋਜਨ ਇਹਨਾਂ ਨੂੰ ਤਿਆਰ ਹੋ ਗਿਆ ਇਹਨਾਂ ਦਾ। ਸਭ ਨਰ ਗੁਰ ਸੋ ਗਿਰਾ ਉਚਾਰੀ। ਸਾਰੇ ਪੰਡਤਾਂ ਬ੍ਰਾਹਮਣਾਂ ਨੇ ਮਿਲ ਕਰਕੇ ਮਹਾਰਾਜ ਜੀ ਨੂੰ ਇਸ ਤਰ੍ਹਾਂ ਕਿਹਾ, ਕਰੁਣਾ ਕਰ ਹਰ ਕੋ ਲੀਕੀਜੈ। ਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਕੇ ਸਾਡੇ ਨਾਲ ਬੈਠ ਕੇ ਭੋਜਨ ਛਕਣਾ ਕਰੀਏ ਜੀ। ਜਨਮ ਸਫਲਤਾ ਹਮ ਕੋ ਦੀਜੈ। ਸਾਡਾ ਜਿਹੜਾ ਮਨੁੱਖਾ ਜਨਮ ਹੈ ਉਹਨੂੰ ਸਫਲਤਾ ਬਖਸ਼ਣੀ ਕਰੋ ਜੀ। ਗੁਰੂ ਕਹੈ ਨਹ ਭੋਜਨ ਖਾਵੋ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਅਸੀਂ ਤੇ ਤੁਹਾਡੇ ਨਾਲ ਭੋਜਨ ਨਹੀਂ ਕੋਈ ਛਕਣਾ। ਤੁਮਰੇ ਸੰਗ ਨਾ ਕਤਹੁ ਜਾਵੋ। ਤੁਹਾਡੇ ਨਾਲ ਤੇ ਅਸੀਂ ਇੱਕ ਕਦਮ ਵੀ ਕਿਤੇ ਨਹੀਂ ਜਾਣਾ ਹੈ, ਨਾ ਨਾਲ ਬੈਠਣਾ, ਨਾ ਭੋਜਨ ਹੀ ਛਕਣਾ ਹੈ। ਸੁਨਹੁ ਗੁਰੂ ਹਿਤ ਸ੍ਰੀ ਕਰਤਾਰਾ। ਇਹ ਸਾਰੇ ਇੱਕੇ ਆਵਾਜ਼ ਜੀ ਬੋਲੇ, ਕਹਿੰਦੇ ਹੇ ਗੁਰੂ ਮਹਾਰਾਜ, ਤੁਹਾਨੂੰ ਪਰਮੇਸ਼ਰ ਦਾ ਵਾਸਤਾ ਆ, ਤੁਹਾਨੂੰ ਸਹੁੰ ਲੱਗੇ ਜੇ ਤੁਸੀਂ ਨਾ ਜਾਓ ਤੇ। ਉਠ ਕਰ ਅਚੀਏ ਆਪ ਆਹਾਰਾ। ਉੱਠ ਕਰਕੇ ਇੱਥੋਂ ਤੇ ਆਪ ਜੀ ਸਾਡੇ ਨਾਲ ਚੱਲੀਏ, ਪੰਗਤ ਵਿੱਚ ਬੈਠ ਕੇ ਭੋਜਨ ਛਕੀਏ ਜੀ। ਸੁਨ ਇਉ ਸੰਗ ਚੱਲੇ ਸੁਖਦਾਈ। ਗੁਰੂ ਸਾਹਿਬ ਜੀ ਤੇ ਵੈਸੇ ਹੀ ਕਰ ਰਹੇ ਸਨ। ਮਹਾਰਾਜ ਦਾ ਤੇ ਕਿਸੇ ਨਾਲ ਕੋਈ ਹੈ ਹੀ ਨਹੀਂ ਹੈ ਵੀ ਅਸੀਂ ਨਹੀਂ ਜਾਣਾ, ਉਹ ਨਹੀਂ ਕਰਨਾ, ਜੇ ਨਹੀਂ ਕਰਨਾ। ਮੌਜ ਦੇ ਮਾਲਕ ਹੈ। ਸੁਣ ਕਰਕੇ ਇਉਂ ਤੇ ਉਹਨਾਂ ਨਾਲ ਹੀ ਸੁਖ ਦਾਤੇ ਸਤਿਗੁਰੂ ਚੱਲੇ ਐ। ਜਹਾਂ ਰਸੋਈ ਤਿਨਹ ਬਣਾਈ। ਜਿੱਥੇ ਇਹਨਾਂ ਨੇ ਰਸੋਈ ਲੰਗਰ ਤਿਆਰ ਕਰਕੇ ਬਣਾਇਆ ਹੋਇਆ ਸੀ, ਪਹੁੰਚੇ ਜਾਏ ਤਾਹੇ ਕੇ ਡੇਰੇ। ਉਹਨਾਂ ਦੇ ਡੇਰੇ ਜਾ ਪਹੁੰਚੇ ਗੁਰੂ ਸਾਹਿਬ ਜੀ। ਔਰ ਸ਼ਰਦਾ ਤਿਨ ਵਧੀ ਕਰਦੇ। ਔਰ ਸ਼ਰਦਾ ਤਿਨ ਵਧੀ ਵਧੇਰੇ। ਜਦੋਂ ਗੁਰੂ ਸਾਹਿਬ ਜੀ ਉੱਠ ਕੇ ਚੱਲੇ, ਇਹਨਾਂ ਦੇ ਹਿਰਦਿਆਂ ਦੇ ਵਿੱਚ ਬਹੁਤ ਸ਼ਰਧਾ ਵਧੀ ਹੈ। ਉਸ ਵੇਲੇ ਦੋਹਰਾ ਪਟ ਉਤਾਰ ਖੱਤਰੀ ਦੇ ਜਨਾ। ਜਿਹੜੇ ਬ੍ਰਾਹਮਣ ਤੇ ਖੱਤਰੀ ਹੈ, ਉਹਨਾਂ ਨੇ ਉਸ ਵੇਲੇ ਕੱਪੜੇ ਜੇ ਉਤਾਰ ਲਾ ਕੇ ਚੌਕੇ ਬੈਠੇ ਜਾਏ। ਜਨੇਊ ਜਿਹਾ ਕੰਨਾਂ ਵਿੱਚ ਅੜਾ ਲਿਆ ਹੈ ਤੇ ਧੋਤੀ ਜੀ ਕੱਲੀ ਰੱਖੀ ਹੈ, ਪਿੰਡਾ ਨੰਗਾ ਹੀ ਹੈ, ਚੌਂਕੇ ਵਿੱਚ ਜਾ ਬੈਠੇ ਹੈ। ਪਦ ਪਖਾਰ ਕਾਰੀ ਕਰੀ। ਫਿਰ ਆਪੋ ਆਪਣੇ ਪੈਰ ਜੇ ਧੋ ਕਰਕੇ ਤੇ ਜਿੱਥੇ ਚੌਂਕਾ ਰਸੋਈ ਜੀ ਕੀਤੀ ਹੈ ਨਾ ਤਿਆਰ, ਆਸੇ ਪਾਸੇ ਦੇ ਕੇ ਚੌਕਾ ਕੱਢੀ ਕਾਰ, ਉਹ ਕਾਰਾਂ ਜੀਆਂ ਕੱਢ ਦਿੱਤੀਆਂ ਆਸੇ ਪਾਸੇ ਲਕੀਰਾਂ। ਗੁਰ ਅੰਤਰ ਬੈਸਾਏ। ਗੁਰੂ ਸਾਹਿਬ ਨੇ ਕਹਿੰਦੇ ਮਹਾਰਾਜ ਤੁਸੀਂ ਵੀ ਚੌਂਕੇ ਦੇ ਅੰਦਰ ਹੀ ਆ ਜਾਓ ਤੇ ਅੰਦਰ ਹੀ ਬਿਠਾ ਲਿਆਓ, ਜਿੱਥੇ ਲਕੀਰਾਂ ਮਾਰੀਆਂ ਦੇ ਵਿੱਚ। ਚੌਪਈ ਤਿਨ ਸੋ ਸ੍ਰੀ ਗੁਰ ਗਿਰਾ ਲਾਈ। ਜਦੋਂ ਗੁਰੂ ਸਾਹਿਬ ਜੀ ਨਾਲ ਜਾ ਬੈਠੇ ਤੇ ਕਹਿਣ ਲੱਗੇ ਮਹਾਰਾਜ ਪਿਟਿਓ ਚੌਕਾ। ਪਿੱਟਿਓ ਪਿਟਿਓ ਚੌਕਾ ਦਿਓ ਗਵਾਈ। ਮਹਾਰਾਜ ਕਹਿੰਦੇ ਵੀ ਚੌਂਕਾ ਪਿੱਟਿਆ ਗਿਆ, ਤੁਸਾਂ ਨੇ ਗਵਾ ਦਿੱਤਾ, ਖਰਾਬ ਕਰ ਦਿੱਤਾ ਚੌਂਕਾ ਸਾਰਾ। ਕਿਉਂ ਕਾਢਤ ਹੋ ਇਹ ਠਾਕਾਰਾ। ਫੇਰ ਪਿਆ ਤੁਸੀਂ ਕਿਉਂ ਐਵੇਂ ਲਕੀਰਾਂ ਜੀਆਂ ਕੱਢ ਰਹੇ ਹੋ, ਚੌਂਕਾ ਤੇ ਸਾਰਾ ਖਰਾਬ ਹੋ ਗਿਆ, ਪਿੱਟਿਆ ਗਿਆ ਹੈ। ਅੰਤਰ ਚੌਕਾ ਭਇਓ ਖਵਾਰਾ। ਜਿਹੜਾ ਲਕੀਰਾਂ ਦੇ ਅੰਦਰਲਾ ਚੌਂਕੇ ਵਾਲਾ ਸਥਾਨ ਉਹ ਤੇ ਸਾਰਾ ਖਵਾਰ ਖਰਾਬ ਹੋ ਗਿਆ ਹੈ। ਸੁਨ ਕਹਿ ਵਿਪਰਨ ਬੈਨ ਅਲਾਇਓ। ਸੁਣ ਕਰਕੇ ਉਹ ਬ੍ਰਾਹਮਣ ਜੇ ਜਿਨ੍ਹਾਂ ਜੰਜੂ ਜਿਹੜਾਏ ਹੋਏ ਸੀ ਕੰਨਾਂ ਵਿੱਚ ਕਹਿੰਦੇ ਵੀ ਹੈ ਇਹ ਕੀ ਹੋਇਆ। ਉਹ ਕਹਿਣ ਲੱਗੇ ਬ੍ਰਾਹਮਣ ਬਹੁਤ ਸੋਚ ਸੋ ਭੋਜਨ ਕਰਵਾਇਓ। ਕਹਿੰਦੇ ਮਹਾਰਾਜ ਅਸਾਂ ਨੇ ਤੇ ਬਹੁਤ ਸੁੱਚਮਤਾਈ ਪਵਿੱਤਰਤਾ ਨਾਲ ਭੋਜਨ ਤਿਆਰ ਕਰਵਾਇਆ ਹੈ। ਚੌਕਾ ਗੋਬਰ ਕੋ ਕਰ ਲੀਨਾ। ਜਦੋਂ ਅਸੀਂ ਚੌਂਕਾ ਕਰ ਲੱਗੇ ਸਾਂ ਤੇ ਪਹਿਲਾਂ ਆ ਗਾਂ ਦੇ ਗੋਬਰ ਨਾਲ ਇਸ ਨੂੰ ਸਵਾਰ ਲੈਣਾ ਕੀਤਾ ਸੀ। ਨਿਕਟ ਨਾ ਕੋ ਆਵਨ ਦੀਨਾ। ਤੇ ਉਸ ਵੇਲੇ ਕੋਈ ਵੀ ਨੀਚ ਜਾਤੀ ਦਾ ਨੀਵਾ ਤੇ ਅਸੀਂ ਨੇੜੇ ਨਹੀਂ ਆਉਣ ਦਿੱਤਾ। ਸਮਦਾ ਧੋਏ ਅੰਨ ਚੁਨ ਸਭ ਹੀ। ਮਹਾਰਾਜ ਸਾਨੇ ਤੇ ਲੱਕੜਾਂ ਵੀ ਧੋਤੀਆਂ ਚੰਗੀ ਤਰ੍ਹਾਂ ਬਣਾ ਸਵਾਰ ਕੇ, ਅੰਨ ਜਿਹੜਾ ਚੌਲ ਦਾਲ ਉਹ ਵੀ ਚੁਣ ਚੁਣ ਕੇ ਚੰਗੀ ਤਰ੍ਹਾਂ ਛਾਂਟ ਕੇ ਪਾਈ ਹੈ। ਬੈਠ ਦੂਰ ਕਰਾਇਓ ਅਬਹੀ। ਹੁਣੇ ਹੁਣੇ ਤੇ ਤੁਹਾਡੇ ਸਾਹਮਣੇ ਤੇ ਸਾਰਾ ਭੋਜਨ ਤਿਆਰ ਕਰਵਾਇਆ ਰਸੋਈ ਵਿੱਚ। ਪਿੱਟੀ ਰਸੋਈ ਕਹਿ ਕਿ
ਪਿੱਟੀ ਰਸੋਈ ਕਹਿਤੇ ਦੇਖੀ। ਆਪੀ ਰਸੋਈ ਪਿੱਟੀ ਗਈ ਹੈ, ਖਰਾਬ ਹੋ ਗਈ ਹੈ, ਤੁਸਾਂ ਨੇ ਕਿਸ ਤਰ੍ਹਾਂ ਕਿੱਥੋਂ ਦੇਖੀ ਹੈ? ਸੋਚ ਸੰਜਮ ਹਮ ਕੀਨ ਵਸੇਖੀ। ਅਸਾਂ ਨੇ ਤੇ ਬੜੀ ਸੁਚਮਤਾਈ ਪਤ ਪਰਹੇਜ ਨਾਲ ਹੈ ਜਿਹੜਾ ਨਿਜਬੰਧਨ ਨਾਲ ਤਿਆਰ ਕੀਤੀ ਹੈ, ਵਿਸ਼ੇਸ਼ ਕਰਕੇ ਰਸੋਈ ਧਿਆਨ ਰੱਖਿਆ ਪੂਰਾ। ਦੋਹਰਾ ਬੋਲੇ ਸ੍ਰੀ ਨਾਨਕ ਬਹਰ। ਇਹਨਾਂ ਤੋਂ ਸੁਣ ਕਰਕੇ ਗੁਰੂ ਸਾਹਿਬ ਜੀ ਬੋਲੇ, ਜਾਵਦ ਤੁਮ ਨਹ ਆਏ। ਮਹਾਰਾਜ ਕਹਿੰਦੇ ਵੀ ਗੱਲ ਤੇ ਇਹ ਹੈ ਬ੍ਰਾਹਮਣੋ, ਜਦੋਂ ਤੱਕ ਤੁਸੀਂ ਨਹੀਂ ਸੀ ਨਾ ਆਏ ਚੌਂਕੇ ਦੇ ਵਿੱਚ, ਤਾਵਦ ਚੌਕਾ ਸੁਧ ਥੋ। ਉਹਨਾਂ ਚਿਰ ਤੇ ਚੌਂਕਾ ਜਿਹੜਾ ਸ਼ੁੱਧ ਸੀ, ਠੀਕ ਠਾਕ ਸੀ। ਅਬ ਤੁਮ ਦਇਓ ਗਵਾਏ, ਅਬ ਤੁਮ ਦਇਓ ਗਵਾਏ। ਹੁਣ ਤੁਸੀਂ ਵਿੱਚ ਚੌਂਕੇ ਦੇ ਆ ਗਏ ਤੇ ਸਾਰਾ ਚੌਂਕਾ ਗਵਾ ਦਿੱਤਾ, ਭਿੱਟ ਦਿੱਤਾ, ਖਰਾਬ ਕਰ ਦਿੱਤਾ ਹੈ। ਚੌਪਈ ਤੁਮਰੇ ਸੰਗ ਚੜੇ ਹੈ ਨੀਚੂ। ਤੁਹਾਡੇ ਨਾਲ ਮਹਾਰਾਜ ਕਹਿੰਦੇ ਵੀ ਨੀਚ ਜਿਹੜੇ ਨਾ ਨੀਚ ਜਾਤ ਦੇ ਉਹ ਚੜੇ ਹੋਏ ਸੀ। ਪਿਟਿਓ ਚੌਕਾ ਆਏ ਵਿੱਚੋ। ਉਹ ਜਿਹੜੇ ਨੀਚ ਜਾਤ ਦੇ ਤੁਹਾਡੇ ਨਾਲ ਚੜੇ ਹੋਏ ਸੀ ਉਹ ਵੀ ਵਿੱਚ ਹੀ ਚੌਂਕੇ ਦੇ ਆ ਗਏ, ਜਿਸ ਕਰਕੇ ਚੌਂਕਾ ਭਿੱਟਿਆ ਗਿਆ, ਖਰਾਬ ਹੋ ਗਿਆ ਹੈ। ਸ੍ਰੀ ਗੁਰ ਹਮਕੋ ਦੀਸਤ ਨਾਹੀ। ਸ੍ਰੀ ਗੁਰੂ ਮਹਾਰਾਜ ਕਹਿੰਦੇ ਆ, ਇਹ ਗੁਰੂ ਮਹਾਰਾਜ ਨੂੰ ਕਹਿਣ ਲੱਗੇ ਸਾਰੇ ਬ੍ਰਾਹਮਣ, ਕਹਿੰਦੇ ਵੀ ਤੁਸੀਂ ਕਹਿੰਦੇ ਸਾਡੇ ਨਾਲ ਨੀਚ ਆ ਗਏ, ਮਹਾਰਾਜ ਸਾਨੂੰ ਤੇ ਕੋਈ ਦਿਸਦਾ ਨਹੀਂ ਹੈ। ਕਹਾਂ ਚੜੇ ਹੈ ਚੌਕੇ ਮਾਹੀ। ਕਿੱਥੇ ਚੜੇ ਮਹਾਰਾਜ ਉਹ ਨੀਚ ਚੌਂਕੇ ਦੇ ਵਿੱਚ, ਸਾਨੂੰ ਤੇ ਕੋਈ ਦਿਸਿਆ ਨਹੀਂ ਹੈ। ਸੋਚ ਸੋ ਬਣੀ ਰਸੋਈ ਸਾਰੀ। ਇਹ ਤੇ ਸਾਰੀ ਰਸੋਈ ਜਿਹੜੀ ਹੈ ਜਿਸ ਤੇ ਆਪਾਂ ਭੋਜਨ ਤਿਆਰ ਕੀਤਾ, ਤੇ ਬੜੀ ਸੁਚਮਤਾਈ ਪਵਿੱਤਰਤਾ ਨਾਲ ਬਣੀ ਹੋਈ ਹੈ। ਅਚਹ ਆਹਾਰ ਕਿਰਪਾ ਨਿਜ ਧਾਰੀ। ਐਵੇਂ ਨਾ ਮਹਾਰਾਜ ਸ਼ੰਕਾ ਕਰੋ, ਕਿਰਪਾ ਦੀ ਮਿਹਰ ਧਾਰ ਕੇ ਆਪ ਜੀ ਭੋਜਨ ਛਕੋ ਸਾਡੇ ਕੋਲੋਂ। ਜੇ ਨਹ ਅਚੋ ਬਤਾਵੋ ਹਮਕੋ। ਜੇ ਤੁਸਾਂ ਨੇ ਨਹੀਂ ਨਾ ਛਕਣਾ ਇਹ ਭੋਜਨ ਰਸੋਈ ਤੇ ਫਿਰ ਸਾਨੂੰ ਖੋਲ ਕੇ ਦੱਸੋ। ਦੀਸਹ ਨੀਚ ਚੜੇ ਜੋ ਤੁਮ ਕੋ। ਜੋ ਤੁਹਾਨੂੰ ਸਾਡੇ ਨਾਲ ਨੀਚ ਜਾਤੀ ਦੇ ਨੀਚੇ ਨੀਵੇਂ ਚੜੇ ਹੋਏ ਦਿਸੇ ਹੈ ਭੈੜੇ, ਬਿਨਾ ਬਤਾਏ ਸਾਚ ਨਾ ਜਾਣਹਿ। ਨਹੀਂ ਤੇ ਵੇਖ ਲੋ ਮਹਾਰਾਜ, ਬਿਨਾਂ ਦੱਸੇ ਤੁਹਾਡੇ ਅਸੀਂ ਤੁਹਾਡਾ ਬਚਨ ਸੱਚ ਨਹੀਂ ਜਾਣਾਂਗੇ, ਮੰਨਾਂਗੇ। ਅਸਮਤ ਨਹ ਜੇ ਆਪ ਪਛਾਨਹਿ। ਅਸਮਤ ਨਹੀਂ, ਆਸਮਤ ਨਹਿ, ਐਸਾ ਮਤ ਨਹੀਂ ਹੈ ਮਹਾਰਾਜ ਸਾਡੇ ਵਿੱਚ, ਐਸੀ ਸਾਡੀ ਅਕਲ ਮਤ ਬੁੱਧੀ ਹੈ ਨਹੀਂ ਵੀ ਅਸੀਂ ਆਪ ਪਛਾਣ ਲਈਏ, ਜਾਣ ਲਈਏ। ਯੋ ਸੁਨ ਕੈ ਮਨ ਜਨ ਤੇ ਬਾਣੀ। ਇਉਂ ਸੁਣ ਕੇ ਉਹ ਖੱਤਰੀਆਂ ਬ੍ਰਾਹਮਣਾਂ ਤੋਂ ਬਾਣੀ ਬਚਨ। ਇੱਕ ਸਲੋਕ ਉਚਰਿਓ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਜਿਹੜਾ ਸਲੋਕ ਗੁਰਬਾਣੀ ਦੇ ਵਿੱਚ ਉਚਾਰਿਆ ਸਿੱਖਿਆ ਦੇਣ ਵਾਸਤੇ। ਸ੍ਰੀ ਮੁਖ ਵਾਕ ਸਲੋਕ ਮਹੱਲਾ ਪਹਿਲਾ। ਸੁਭਾਏ ਮਾਨ ਮੁਖ ਤੋਂ ਗੁਰੂ ਸਾਹਿਬ ਦੇ ਕਹੇ ਹੋਏ ਬਚਨ ਪਹਿਲੇ ਗੁਰੂ ਨਾਨਕ ਸਾਹਿਬ ਜੀ ਦੇ ਸਲੋਕ ਦੇ ਵਿੱਚ। ਕਬੋਧ ਡੋਮਣੀ ਕੁਦਿਆ ਕਸਾਇਆ। ਕਬੋਧ ਡੋਮਣੀ ਕੁਦਿਆ ਕਸਾਇਆ। ਕਸਾਇਣ ਕਹਿਣ ਲੱਗੇ, ਮਹਾਰਾਜ ਕਹਿੰਦੇ ਬ੍ਰਾਹਮਣਾਂ ਨੇ ਵੀ ਸੁਣੋ, ਆ ਜਿਹੜੀ ਹੈ ਨਾ ਵਿਸ਼ੇ ਵਾਸ਼ਨਾ ਦੀ ਬੁੱਧੀ, ਖੋਟੀ ਬੁੱਧੀ, ਖੋਟੀ ਅਕਲ ਮਤ, ਇਹ ਡੂਮਣੀ ਹੈ, ਮਰਾਸੀ ਦੇ ਘਰ ਵਾਲੀ ਮਰਾਸਣੀ ਹੈ। ਇਹ ਜਿਹੜੀ ਤੁਹਾਡੀ ਖੋਟੀ ਬੁੱਧੀ ਹੈ ਨਾ, ਖੋਟੀ ਅਕਲ ਮਤ, ਵਿਸ਼ੇ ਵਾਸ਼ਨਾ ਵਾਲੀ ਬੁੱਧੀ, ਤੇ ਇਹ ਖੋਟੀ ਬੁੱਧੀ ਡੂਮਣੀ ਹੈ, ਮਰਾਸਣੀ ਹੈ। ਇੱਕ ਤੇ ਇਹ ਆ ਗਈ ਹੈ ਚੌਂਕੇ ਦੇ ਵਿੱਚ। ਫਿਰ ਦੂਸਰੀ ਜਿਹੜੀ ਤੁਹਾਡੇ ਅੰਦਰ ਕੁਦਾਇਆ ਹੈ, ਜਿਹੜੀ ਆ ਜੀਵ ਹਿੰਸਾ ਕਰਦੇ ਹੋ, ਬੜੀਆਂ ਜਾਂ ਮਨੁੱਖ ਦੀਆਂ ਦੇ ਦਿੰਦੇ ਹੋ, ਜੀਵਾਂ ਜਨਤਾ ਦੀਆਂ ਦੇ, ਫਿਰ ਕਹਿੰਦੇ ਹੋ ਜੀ ਆ ਸਵਰਗ ਵਿੱਚ 100 ਸਾਲ ਹੁਣੇ ਸੁਖ ਮਾਣੇਗਾ। ਤੇ ਐਵੇਂ ਉਹ ਸਵਰਗ ਦਾ 100 ਸਾਲ ਦਾ ਪੁੰਨ ਜਿਹਾ ਦੱਸ ਕੇ ਤੇ ਜੀਵਾਂ ਦੀ ਹੱਤਿਆ ਕਰਦੇ, ਬਲੀਆਂ ਦਿੰਦੇ। ਖੋਟੀ ਦਇਆ ਹੈ, ਮਾੜੀ ਦਇਆ ਹੈ। ਇਹੋ ਜਿਹਾ ਜਿਹੜਾ ਤੁਸੀਂ ਖੋਟੀ ਦਇਆ ਧਾਰਨ ਕੀਤੀ ਹੋਈ, ਇਹ ਕਸਾਈ ਦੇ ਘਰ ਵਾਲੀ ਕਸਾਇਣ ਹੈ।
ਇੱਕ ਸਾਇਣ ਜਿਹੜੀ ਹੈ ਖੋਟੀ ਦਇਆ, ਇਹ ਵੀ ਆ ਗਈ ਹੈ ਚੌਂਕੇ ਵਿੱਚ। ਪਰ ਨਿੰਦਾ ਘਟ ਚੂੜੀ ਮੁੱਠੀ ਕ੍ਰੋਧ ਚੰਡਾਲ। ਫਿਰ ਜਿਹੜੀ ਪਰਾਏ ਪਰ ਨਿੰਦਾ ਕਰਨੀ ਹੈ, ਪਰਾਇਆਂ ਦੀ ਨਿੰਦਾ ਕਰਨੀ ਹੈ ਐਵੇਂ ਬਿਨਾਂ ਵਜ੍ਹਾ ਹੀ, ਇਹ ਪਰਾਈ ਨਿੰਦਾ ਰੂਪ ਜਿਹੜੀ ਚੂੜੇ ਦੇ ਘਰ ਵਾਲੀ ਚੂੜੀ ਹੈ, ਇਹ ਪਰਾਈ ਨਿੰਦਾ ਜਿਹੜੀ ਕਰਨੀ, ਇਹ ਚੂੜੀ ਜਿਹੜੀ ਹਿਰਦੇ ਵਿੱਚ ਧਾਰਨ ਕੀਤੀ ਹੋਈ ਹੈ, ਇੱਕ ਇਹ ਨੀਚ ਜਾਤ ਦੀ ਆ ਗਈ ਹੈ। ਮੁੱਠੀ ਕ੍ਰੋਧ ਚੰਡਾਲ ਹੈ, ਕ੍ਰੋਧ ਦੀ ਜਿਹੜੀ ਬਿਰਤੀ ਹੈ ਤੇ ਲੋਕਾਂ ਵਿੱਚ ਲੁੱਟ ਖਸੁੱਟ ਕਰਨ ਵਾਲੀ, ਇਹ ਚੰਡਾਲ ਦੇ ਘਰ ਵਾਲੀ ਚੰਡਾਲਣੀ ਹੈ। ਕਾਰੀ ਕੱਢੀ ਕਿਆ ਥੀਆ। ਇਸ ਕਰਕੇ ਖੱਤਰੀਓ ਬ੍ਰਾਹਮਣੋ ਤੁਹਾਡੀ ਆ ਗੋਹੇ ਦਾ ਲੇਪਣ ਜਾ ਕਰਕੇ ਤੇ ਲਕੀਰ ਦੀ 4 ਸਫੇਰੇ ਕੱਢੀ ਹੋਈ ਕੀ ਕਰੇਗੀ? ਕਾਰਾਂ ਕੱਢਿਆਂ ਕੀ ਹੋਏਗਾ? ਜਾਂ ਚਾਰੇ ਬੈਠੀਆਂ ਨਾਲ। ਜਦੋਂ ਇਹ ਚਾਰੇ ਨੀਚ ਜਾਤੀ ਦੀਆਂ ਤੁਹਾਡੇ ਕੋ ਨਾਲ ਆ ਕੇ ਬੈਠੀਆਂ ਹੋਈਆਂ, ਖੋਟੀ ਬੁੱਧੀ ਤੁਸਾਂ ਧਾਰਨ ਕੀਤੀ ਹੋਈ ਹੈ ਮਰਾਸਣ, ਤੇ ਦਇਆ ਜਿਹੜੀ ਹੈ ਖੋਟੀ ਦਇਆ ਜਿਹੜੀ ਵੀ ਜੀਵ ਹਿੰਸਾ ਕਰਨੀ ਹੈ, ਇਹ ਇਸ ਰੂਪੀ ਕਸਾਇਣ ਹੈ ਤੁਹਾਡੇ ਕੋਲ, ਤੁਹਾਡੇ ਨਾਲ। ਪਰ ਨਿੰਦਾ ਕਰਨੀ ਹੈ ਹਿਰਦੇ ਵਿੱਚ, ਇਹ ਚੂੜੀ ਆ ਕੇ ਬੈਠੀ ਹੈ। ਕ੍ਰੋਧ ਜਿਹੜੀ ਵਾਲੀ ਬਿਰਤੀ ਹੈ, ਲੁੱਟ ਖਸੁੱਟ ਕਰਨ ਵਾਲੀ, ਗੁੱਸਾ ਕਰਨ ਵਾਲੀ, ਲੁੱਟ ਖਸੁੱਟ ਮਾਰ ਘਾੜ ਕਰਨ ਵਾਲੀ ਚੰਡਾਲਣ ਹੈ। ਵੀ ਤੁਹਾਡੀਆਂ ਕਾਰਾਂ ਕੱਢੀਆਂ ਕੀ ਹੋਏਗਾ ਜਦੋਂ ਇਹ ਚਾਰੇ ਨਾਲ ਬੈਠੀਆਂ ਹਨ? ਦੋਹਰਾ ਚੌਕਾ ਇਨਕੇ ਚੜੇ ਤੇ। ਇਹਨਾਂ 4 ਜਿਹੜੇ ਦਸੀਆਂ ਹੋਈਆਂ, ਕੁਬੁੱਧ ਰੂਪੀ ਡੂੰਬਣੀ, ਕੁਦਇਆ ਰੂਪੀ ਕਸਾਇਣ, ਪਰ ਨਿੰਦਾ ਰੂਪ ਚੂੜੀ ਤੇ ਕ੍ਰੋਧ ਮੁੱਠੀ ਰੂਪ ਚੰਡਾਲਣ, ਇਹਨਾਂ ਦੇ ਚੜੇ ਦੇ ਕਰਕੇ ਚੌਂਕਾ ਪਿਟਿਓ ਗਇਓ ਗਵਾਏ। ਚੌਂਕਾ ਜਿਹੜਾ ਤੁਹਾਡਾ ਪਿਟਿਆ ਗਿਆ ਹੈ, ਗਵਾਇਆ ਗਿਆ ਹੈ, ਖਰਾਬ ਹੋ ਗਿਆ ਹੈ। ਮਨ ਕੇ ਮਨ ਸਭ ਹੋਏ ਕੇ, ਮਨ ਕੇ ਮਨ ਸਭ ਹੋਏ ਕੇ। ਮਨ ਦੇ ਨਿਆਂਕਾਰੀ ਹੋ ਕੇ ਗੁਨਾਹ ਜੇ ਬਨਿਓ ਬਣਾਏ। ਵੀ ਤੁਸੀਂ ਵਿਚਾਰੋ ਨਾ, ਜੋ ਇਹ ਬਣਾਵਟ ਬਣੀ ਹੋਈ, ਜੋ ਬਣਿਆ ਹੋਇਆ, ਉਹ ਅਸਾਂ ਨੇ ਤੁਹਾਨੂੰ ਸਾਰਾ ਦੱਸ ਦਿੱਤਾ, ਤੁਸੀਂ ਵਿਚਾਰੋ। ਸੋਰਠਾ ਕਿਹ ਬਿਦ ਹੋਏ ਪੁਨੀਤ। ਇਹ ਕਹਿਣ ਲੱਗੇ ਮਹਾਰਾਜ ਫਿਰ ਆਪ ਹੀ ਦੱਸੋ ਸਾਡਾ ਚੌਂਕਾ ਜਿਹੜਾ ਕਿਸ ਤਰ੍ਹਾਂ ਪੁਨੀਤ ਪਵਿੱਤਰ ਹੋਏ। ਕਹ ਗੁਰੂ ਬੂਝੈ ਸੋ ਨਰ। ਉਹ ਨਰ ਸਾਰੇ ਪੁਰਸ਼ ਪੁੱਛਦੇ ਆ, ਗੁਰੂ ਸਾਹਿਬ ਜੀ ਆਪ ਦੱਸੋ ਕਹੋ। ਦੇਖੀ ਤੈਨਾ ਕੀ ਪ੍ਰੀਤ। ਜਦੋਂ ਮਹਾਰਾਜ ਨੇ ਇਹਨਾਂ ਦੇ ਹਿਰਦੇ ਦੀ ਅੰਦਰਲੀ ਪ੍ਰੀਤੀ ਦੇਖੀ ਹੈ, ਸੱਚੀ ਸੁੱਚੀ, ਦਇਆ ਸਿੰਧ ਬੋਲਤ ਭਏ। ਦਇਆ ਦੇ ਸਮੁੰਦਰ ਗੁਰੂ ਸਾਹਿਬ ਜੀ ਬੋਲਣ ਲੱਗੇ ਸ਼ਬਦ ਰੂਪ ਵਿੱਚ। ਸਲੋਕ ਸੱਚ ਸੰਜਮ ਕਰਨੀ ਕਾਰਾਂ। ਕਹਿਣ ਲੱਗੇ ਮਹਾਰਾਜ ਹੇ ਬ੍ਰਾਹਮਣੋ, ਹੇ ਛਤਰੀਓ, ਜਿਹੜਾ ਸੱਚ ਬੋਲਣਾ ਹੈ, ਇਹ ਸੱਚ ਬੋਲਣ ਦੇ ਨਾਲ ਜਿਹੜੀ ਹੈ ਖੋਟੀ ਬੁੱਧੀ ਰੂਪ ਮਰਾਸਣ ਹੈ, ਇਹ ਚਲੀ ਜਾਂਦੀ ਹੈ। ਸੰਜਮ ਜਿਹੜਾ ਇੰਦਰੀਆਂ ਦਾ ਦਮਨ ਕਰਨਾ ਹੈ ਤੇ ਇੰਦਰੀਆਂ ਨੂੰ ਮਾੜੇ ਪਾਸੇ ਵੱਲੋਂ ਰੋਕ ਕੇ ਰੱਖਣਾ ਹੈ, ਨਿਯਮ ਨਾਲ ਪਤ ਪਰਹੇਜ਼ ਕਰਕੇ ਰੱਖਣਾ ਹੈ। ਇਹ ਪਤ ਪਰਹੇਜ਼ ਨਾਲ ਜਿਹੜੀ ਖੋਟੀ ਦਇਆ ਰੂਪ ਕਸਾਇਣ ਚਲੀ ਜਾਂਦੀ ਹੈ। ਪਰਮੇਸ਼ਰ ਦੀ ਜਿਹੜੀ ਭਗਤੀ ਕਰਨੀ ਹੈ, ਉਸ ਭਗਤੀ ਕਰਨ ਦੇ ਨਾਲ ਪਰਾਈ ਨਿੰਦਾ ਕਰਨ ਰੂਪ ਚੂੜੀ ਜਿਹੜੀ ਚਲੀ ਜਾਂਦੀ ਹੈ। ਇਹ ਸ਼ੁਭ ਕਾਰਾਂ ਕੱਢਣੀਆਂ ਹਨ। ਨਾਵਣ ਨਾਉ ਜਪੇਹੀ। ਜਿਹੜਾ ਨਾਮ ਦਾ ਜਪਣਾ ਹੈ, ਇਹ ਅੰਦਰਲਾ ਇਸ਼ਨਾਨ ਹੈ। ਇਸ ਨਾਮ ਜਪਣ ਰੂਪੀ ਇਸ਼ਨਾਨ ਦੇ ਨਾਲ ਜਿਹੜੀ ਹੈ ਕ੍ਰੋਧ ਰੂਪੀ ਚੰਡਾਲਣ ਹੈ, ਉਹ ਚਲੀ ਜਾਂਦੀ ਹੈ। ਇਹ ਸ਼ੁਭ 4 ਕਾਰਾਂ ਹਨ। ਨਾਨਕ ਅੱਗੇ ਉਤਮ ਸੇ। ਗੁਰੂ ਸਾਹਿਬ ਜੀ ਕਹਿੰਦੇ ਹੈ ਪੰਡਤੋ ਬ੍ਰਾਹਮਣੋ, ਅਸਲ ਵਿੱਚ ਤੇ ਅੱਗੇ ਪਰਲੋਕ ਦੇ ਵਿੱਚ ਉਹੀਓ ਉੱਤਮ ਹਨ, ਮਹਾਨ। ਜੇ ਪਾਪਾਂ ਪੰਧ ਨਾ ਦੇਹੀ। ਜਿਹੜੇ ਕਿਸੇ ਨੂੰ ਪਾਪਾਂ ਦੇ ਪੰਧ ਕਹੀਏ,
ਪਾਪਾਂ ਦਾ ਪੰਧ ਦੇ ਰੂਪੀ ਉਪਦੇਸ਼ ਨਹੀਂ ਜਿਹੜੇ ਦਿੰਦੇ ਆ, ਪਾਪ ਕਰਨ ਲਈ ਵੀ ਉਪਦੇਸ਼ ਨਹੀਂ ਦਿੰਦੇ ਵੀ ਤੂੰ ਪਾਪ ਕਰ। ਜਿਹੜੇ ਕਿਸੇ ਨੂੰ ਪਾਪਾਂ ਦੇ ਕਰਨ ਲਈ ਪੰਧ ਕਹੀਏ ਸਿੱਖਿਆ ਨਹੀਂ ਦਿੰਦੇ, ਜਿਹੜੇ ਆਪ ਵੀ ਪਾਪਾਂ ਦੇ ਪੰਧ ਕਹੀਏ, ਪਾਪਾਂ ਦੇ ਰਸਤੇ ਵਿੱਚ ਪੰਧ ਕਹੀਏ ਆਪਣੇ ਜਿਹੜੇ ਚਰਨ ਨਹੀਂ ਦਿੰਦੇ, ਪੈਰ ਨਹੀਂ ਪਾਉਂਦੇ, ਭੁੱਲ ਕੇ ਸੰਕਲਪ ਮਾਤਰ ਵੀ, ਉਹ ਪਰਮੇਸ਼ਰ ਦੇ ਦਰ ਘਰ ਵਿੱਚ ਅੱਗੇ ਜਾ ਕੇ ਉੱਤਮ ਕਹੇ ਜਾਂਦੇ ਹੈ। ਉਹਨਾਂ ਦੀ ਇੱਜ਼ਤ ਮਾਣ ਹੁੰਦੀ ਹੈ। ਉਹਨਾਂ ਨੂੰ ਨਹੀਂ ਕੋਈ ਕਹਿੰਦਾ ਹੈ ਤੂੰ ਪਿੱਛੇ ਹਟ, ਤੇਰਾ ਹਿਸਾਬ ਕਿਤਾਬ ਹੋਏਗਾ। ਐਸੇ ਉਹ ਬ੍ਰਾਹਮਣ ਖੱਤਰੀ ਕੋਈ ਵੀ ਹੋਵੇ ਪੂਜੇ ਜਾਂਦੇ ਹੈ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਇਹ ਜਿਹੜਾ ਹੈ ਸ਼ਲੋਕ ਦੇ ਰਾਹੀਂ ਇਹਨਾਂ ਨੂੰ ਉਪਦੇਸ਼ ਦਿੱਤਾ। ਇਹ ਆਪਾਂ ਪ੍ਰਸੰਗ ਜਿਹੜਾ ਕੁਝ ਰਹਿ ਗਿਆ ਹੈ ਉਹ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਆਪਾਂ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ ਹੈ। ਸੱਚ ਸੰਜਮ ਕਰਨੀ ਕਾਰਾ, ਨਾਵਣ ਨਾਉ ਜਪੇਹੀ। ਨਾਨਕ ਅੱਗੇ ਊਤਮ ਸੇ, ਜੇ ਪਾਪਾ ਪੰਧ ਨਾ ਦੇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।